ਸੁਖਮਣੀ ਬਾਣੀ ਦਾ ਨਾਮ ਹੈ। ਸੁਖ ਮਨੀ ਨੰਨੇ ਨਾਲ ਹੈ। ਮਨੀ ਦਾ ਮਤਲਬ ਬਹੁਵਚਨ ਹੈ, ਮਨ ਦਾ ਬਹੁਵਚਨ ਹੈ। ਮਨਾਂ ਵਿੱਚ ਸੁੱਖ ਪੈਦਾ ਕਰਨ ਵਾਲੀ ਇਹ ਬਾਣੀ ਹੈ। ਜੇ ਕੱਲੀ ਬਾਣੀ ਨੂੰ ਪੜ੍ਹ ਕੇ ਸਮਝ ਲਈਏ ਤਾਂ ਸਹਿਜ ਅਵਸਥਾ ਹੋ ਜਾਂਦੀ ਹੈ, ਸਹਿਜ ਸੁੱਖ ਹੋ ਜਾਂਦਾ ਹੈ। ਸਹਿਜ ਸੁੱਖ ਹੀ ਮਾਨਸਿਕ ਸੁੱਖ ਹੈ, ਪੀਸ ਆਫ ਮਾਈਂਡ ਹੈ। ਪੀਸ ਆਫ ਮਾਈਂਡ ਕਿਸੇ ਕੀਮਤ ਤੇ ਕਹਿੰਦੇ ਨੇ ਸੰਸਾਰ 'ਚ ਨਹੀਂ ਮਿਲਦਾ। ਪੀਸ ਆਫ ਮਾਈਂਡ ਤੇ ਬੜੀ ਗਿਫਟ ਇੱਥੇ ਕੋਈ ਨਹੀਂ ਹੈ, ਉਹਦੇ ਜਿੰਨੀ ਮੁੱਲਵਾਨ ਚੀਜ਼ ਇੱਥੇ ਕੋਈ ਨਹੀਂ ਹੈ। ਉਹੀ ਸੰਤੋਖ ਹੈ, ਸਤ ਸੰਤੋਖ। ਤਿੰਨ ਲੋਕ ਦਾ ਗਿਆਨ ਉਹ ਪੜ੍ਹਾਈ ਹੈ ਸੁਖਮਣੀ ਦੇ ਵਿੱਚ। ਟੋਟਲ ਬੰਦ ਕਰਤੀ 24 ਅਸ਼ਟਪਦੀਆਂ 'ਚ, ਕੋਈ ਪੱਖ ਨਹੀਂ ਛੱਡਿਆ। ਗੱਲ ਹੈ ਹੁਣ ਸਮਝਣ ਦੀ ਔਰ ਫਿਰ ਉਹਨੂੰ ਮੰਨਣ ਦੀ। ਮੰਨੇ ਤੇ ਸੁੱਖ ਹੈ, ਮਾਨਸਿਕ ਸੁੱਖ ਹੈ। ਸਮਝੇ ਤੇ ਅਲਪ ਸੁੱਖ ਹੈ, ਸੰਸਾਰੀ ਸੁੱਖ ਹੈ। ਸਮਝੇ ਤੇ ਸੰਸਾਰੀ ਸੁੱਖ ਕਿਵੇਂ ਹੈ? ਜਿਹੜੇ ਬੜੇ ਬੜੇ ਗਿਆਨੀ, ਮੁੱਖ ਗਿਆਨੀ ਨੇ, ਪ੍ਰੈਕਟੀਕਲ ਹੈ ਨਹੀਂ, ਗੁਰਬਾਣੀ ਵਰਗਾ ਜੀਵਨ ਹੈ ਨਹੀਂ, ਮਾਇਆ 'ਚ ਰਹੇ, ਮਾਇਆ ਦਾ ਹੀ ਉਹ ਥੋੜਾ ਜਿਹਾ ਰਿਹਾ। ਉਹਦੇ ਵਿੱਚ ਆਪਾਂ ਬੜੇ ਬੜੇ ਜਿਹੜੇ ਵਿਦਵਾਨ ਨੇ, ਆਪਣੇ ਹੋਏ ਨੇ ਪ੍ਰਚਾਰਕ, ਉਹਨਾਂ ਦਾ ਨਾਮ ਲਿਆ ਜਾ ਸਕਦਾ। ਰਾਗੀਆਂ 'ਚੋਂ ਦਰਸ਼ਨ ਸੁਰਾਗੀ ਵੀ ਵਿੱਚ ਆ ਜਾਂਦਾ। ਹੋਰ ਵੀ ਹੈਗੇ ਨੇ ਜਿਨ੍ਹਾਂ ਨੇ ਬੜੇ ਪੈਸੇ ਕਮਾਏ ਨੇ। ਸੰਸਾਰੀ ਸੁੱਖ ਮਿਲਿਆ ਉਹਨਾਂ ਨੂੰ, ਪੀਸ ਆਫ ਮਾਈਂਡ ਨਹੀਂ ਮਿਲਿਆ, ਕਿ ਉਹਨਾਂ ਨੇ ਵੇਚੀ ਹੈ ਉਹ ਚੀਜ਼। ਅਮੁੱਲ ਗੁਣ ਅਮੁੱਲ ਵਪਾਰ ਨਹੀਂ ਕੀਤਾ। ਇਹ ਅਮੁੱਲ ਗੁਣ ਸੀ, ਇਹਨਾਂ ਦਾ ਅਮੁੱਲ ਵਪਾਰ ਕਰਨਾ ਚਾਹੀਦਾ ਸੀ। ਉਹਨਾਂ ਨੇ ਮੁੱਲ ਲੈਣਾ ਸ਼ੁਰੂ ਕਰਤਾ, ਧੰਦਾ ਬਣਾ ਲਿਆ ਧਰਮ ਨੂੰ। ਤਾਂ ਪੀਸ ਆਫ ਮਾਈਂਡ ਮਿਲਿਆ ਨਹੀਂ। ਦਰਗਾਹ ਤੋਂ ਜੋ ਮਿਲਦਾ ਪੀਸ ਆਫ ਮਾਈਂਡ ਮਿਲਦਾ, ਸੰਸਾਰ ਚੋਂ ਮਿਲਦਾ ਪੈਸਾ ਮਿਲਦਾ। ਸੰਗਤ ਪੈਸੇ ਦਿੰਦੀ ਹੈ ਸੰਸਾਰੀ, ਉਹ ਸੰਗਤ ਦੀ ਸੇਵਾ ਕਰਦੇ ਨੇ ਤੇ ਉਹ ਚੋਂ ਸੁੱਖ ਆਪਣੀ ਜ਼ਿੰਦਗੀ ਗੁਜ਼ਾਰਾ ਕਰਦੇ ਨੇ। ਚੰਗੀਆਂ ਕੋਠੀਆਂ 'ਚ ਰਹਿੰਦੇ ਨੇ, ਚੰਗੀਆਂ ਕਾਰਾਂ ਲੈ ਲੈਂਦੇ ਨੇ। ਸੰਸਾਰੀ ਸੁੱਖ ਨੇ, ਹੋਰ ਕੁਛ ਨਹੀਂ। ਪੀਸ ਆਫ ਮਾਈਂਡ ਨਹੀਂ ਹੈ ਉਹਨਾਂ ਨੂੰ ਮਿਲ ਸਕਦਾ, ਕਿਉਂਕਿ ਜਿਹੜਾ ਧਨ ਲਊਗਾ, ਗੁਰੂ ਸਾਹਿਬ ਨੇ ਕਿਹਾ ਵੀ ਇਹਨੇ ਤਾਂ ਲੈਣਾ ਤਨਖਾਹ। ਹਜ਼ੂਰ ਸਾਹਿਬ ਜਾ ਕੇ ਕਿਹਾ, ਉਹਨੂੰ ਤਾਂ ਸਿੱਖੀ ਨਹੀਂ ਮਿਲਣੀ। ਜਿਹਨੇ ਸਿੱਖੀ ਲੈਣੀ ਉਹ ਤਨਖਾਹ ਨਾ ਮੰਗੇ, ਤਨਖਾਹ ਨਾ ਮੰਗੇ, ਬਾਕੀ ਸਾਰਾ ਘਰ ਉਹਦਾ ਹੀ ਹੈ, ਉਹ ਮਾਲਕ ਹੈ। ਉਹਨਾਂ ਨੇ ਤਾਂ ਖੈਰ ਨਹੀਂ ਕਿਹਾ ਉਹ ਮਾਲਕ ਹੈ, ਪਰ ਆਟੋਮੈਟਿਕ ਪਤਾ ਵੀ ਉਹ ਮਾਲਕ ਹੈ। ਮਾਲਕ ਤਨਖਾਹ ਨਹੀਂ ਲੈਂਦੇ ਹੁੰਦੇ, ਕਰਜ਼ਾ ਚੱਕ ਕੇ ਵੀ ਨੌਕਰ ਤਨਖਾਹ ਦੇ ਦਿੰਦੇ ਹੁੰਦੇ। ਜਿਹੜੇ ਹੁਣ ਜੰਗ ਲੜਨਗੇ, ਰਾਜੇ ਹੋਣਗੇ, ਕਰਜ਼ਈ ਹੋ ਜਾਣਗੇ, ਉਹ ਜਿਹੜੇ ਉਹਨਾਂ ਦੇ ਵਾਰਸ ਨੇ, ਉਹ ਕਰਜ਼ਾ ਲੈ ਕੇ ਜੰਗ ਲੜਨ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਨੌਕਰਾਂ ਦਾ ਤਨਖਾਹ ਲੈਣੀ ਹੁੰਦੀ ਹੈ ਤੇ ਰਾਜ ਵੀ ਫਿਰ ਉਹਨਾਂ ਨੇ ਕਰਨਾ ਹੁੰਦਾ। ਇਸ ਕਰਕੇ ਜਿਹੜੇ ਤਨਖਾਹ ਨਹੀਂ ਲੈਂਦੇ, ਅਮੁੱਲ ਗੁਣਾਂ ਦਾ ਅਮੁੱਲ ਵਪਾਰ ਕਰਦੇ ਨੇ। ਸੰਸਾਰੀ ਜਿਵੇਂ ਗੱਲ ਹੈ, ਹੂ ਬਹੂ ਇਹ ਗੱਲ ਦਰਗਾਹ ਦੀ, ਕੋਈ ਫਰਕ ਨਹੀਂ, ਇੱਕੋ ਹੀ ਗੱਲ ਹੈ। ਇੱਕੋ ਹੀ ਹੈ, ਜੋ ਅੰਦਰ ਸੋ ਬਾਹਰ ਜਾਣਾ। ਜੋ ਅੰਦਰ ਹੈ ਉਹੀ ਬਾਹਰ ਹੈ। ਉਹਨਾਂ ਦੇ ਅੰਦਰ ਕੀ ਸੀ? ਜਿਹੜਾ ਕਹਿ ਰਿਹਾ ਜੋ ਅੰਦਰ ਹੈ ਬਾਹਰ ਹੈ, ਉਹਨਾਂ ਦੇ ਅੰਦਰ ਹੁਕਮ ਸੀ, ਬਾਹਰ ਹੁਕਮ ਵਰਤ ਰਿਹਾ। ਜੋ ਵਰਤ ਰਿਹਾ ਤੇਰਾ ਭਾਣਾ ਹੀ ਹੈ, ਤੇ ਉਹਨਾਂ ਦੇ ਅੰਦਰ ਵੀ ਉਹੀ ਹੈ ਹੁਕਮ ਹੈ। ਉਹੀ ਹੁਕਮ ਅੰਦਰ ਹੈ, ਬਾਹਰ ਅੱਖਾਂ ਜੋ ਦਿਸੇ ਸੋ ਤੇਰਾ ਰੂਪ ਕਿਹਨੂੰ ਕਹਿੰਦੇ ਨੇ? ਆਪਣੇ ਅੰਦਰਲੇ ਨੂੰ ਕਹਿੰਦੇ ਨੇ ਹੁਕਮ। ਜੋ ਤੂੰ ਕਰ ਰਿਹਾ ਉਹ ਦਿਖ ਰਿਹਾ ਮੈਨੂੰ, ਦੇਖ ਹੋਰ ਕੀ ਰਿਹਾ। ਇਹ ਦਰਸ਼ਨ ਉਹਨੂੰ ਹੁੰਦੇ ਨੇ, ਸਮਝ ਉਹਨੂੰ ਆਉਂਦੀ ਹੈ ਜਿਹੜਾ ਤਨਖਾਹ ਨਹੀਂ ਲੈਂਦਾ, ਜਿਹੜਾ ਅਮੁੱਲ ਗੁਣਾਂ ਦੇ ਅਮੁੱਲ ਵਪਾਰ ਕਰਦਾ। ਉਹਦੀ ਇਹ ਟਾਕੀ ਖੁੱਲਦੀ ਹੈ ਫਿਰ ਟਾਕੀ। ਨਹੀਂ ਉਹ ਬਾਜ਼ਾਰ ਦੂਏ 'ਚ ਫਿਰਦੇ ਨੇ, ਮਾਇਆ ਦੇ ਬਾਜ਼ਾਰ 'ਚ ਰਹਿੰਦੇ ਨੇ। ਮਾਇਆ ਵਾਲੀ ਅੱਖ ਖੁੱਲੀ ਹੈ ਉਹਨਾਂ ਦੀ। ਆ ਦੋਏ ਅੱਖਾਂ 'ਚ ਦੇਖਣ ਵਾਲੀ ਅੱਖ ਖੁੱਲੀ ਹੈ, ਜਿਹੜੀ ਡਾਇਰੈਕਟ ਹੈ। ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ, ਉਹਨਾਂ ਦੀ ਜਿਹੜੀ ਦੇਖਣ ਸ਼ਕਤੀ ਹੈ, ਉਹ ਮਾਇਆ ਦੀਆਂ ਅੱਖਾਂ 'ਚ ਹੀ ਦੇਖਣ 'ਚ ਖੁਸ਼ ਹੈ। ਇੱਛਾ ਉਹਦੀ ਮਾਇਆ ਦੇਖਣ ਦੀ ਇੱਛਾ, ਮਾਇਆ ਦੀ ਐਸ਼ੋ ਇਸ਼ਰਤ, ਮਾਇਆ ਦੀ ਦੌੜ 'ਚ ਨੇ। ਜੋ
ਗਿਆਨ ਲਿਆ ਉਹਨਾਂ ਨੇ ਸਿਰਫ ਚੰਗੀ ਜ਼ਿੰਦਗੀ ਬਤੀਤ ਕਰਨ ਲਈ, ਇੱਜ਼ਤ ਪ੍ਰਾਪਤ ਕਰਨ ਲਈ। ਉਹਨੂੰ ਕਹਿੰਦੇ ਨੇ ਮੁੱਖ ਗਿਆਨੀ। ਰਾਗ ਦਾ ਗਿਆਨ ਵੀ ਮੁੱਖ ਚ, ਮੁੱਖ ਤੋਂ ਬੋਲਣਾ, ਜੇ ਮੁੱਖ ਨਾ ਹੋਵੇ ਬੋਲੇ ਨਾ ਤੇ ਰਾਗ ਦਾ ਕੀ ਪਤਾ ਲੱਗੂਗਾ। ਮੁੱਖ ਗਿਆਨੀ ਧਨਵੰਤ, ਅਤ ਸੁੰਦਰ ਕੁਲੀਨ ਚਤੁਰ। ਅਤ ਸੁੰਦਰ ਹੋਵੇ, ਉੱਚੀ ਕੁਲ ਵਾਲਾ ਹੋਵੇ, ਚਤੁਰ ਵੀ ਹੋਵੇ, ਬੁੱਧੀਵਾਨ ਵੀ ਹੋਵੇ। ਚਤੁਰ ਗਿਆ, ਬੁੱਧੀਵਾਨ ਨਹੀਂ ਗਿਆ। ਵੈਸੇ ਸੰਸਾਰੀ ਲਫ਼ਜ਼ ਬੁੱਧੀ ਆ, ਉਹ ਚਤੁਰਾਈ। ਸੰਸਾਰੀ ਅਕਲ ਨੂੰ ਚਤੁਰਾਈ ਕਹਿੰਦੇ ਨੇ, ਜਿਹੜੀ ਉਹ ਗੁਰੂ ਦੀ ਗੱਲ ਨੂੰ ਸੁਣੇ ਹੀ ਨਾ, ਜਾਂ ਜਿਹੜਾ ਮਾਇਆ ਨੂੰ ਵੇਖਿਆ ਗਿਆ ਨਾ, ਇਹ ਗੱਲ ਨਾ ਸੁਣੇ, ਵੇਖਿਆ ਵਾਲੀ ਗੱਲ ਨਾ ਸੁਣੇ। ਮਾਇਆ ਸੁਣੇ, ਵੇਖਿਆ ਨਾ ਸੁਣੇ, ਤਾਂ ਮਾਇਆ ਨਾਲ ਪ੍ਰੇਮ ਹੋਊਗਾ, ਤਾਂ ਮਾਇਆ ਨਾਲ ਮੋਹ ਰਹੂਗਾ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ। ਮੁੱਖ ਗਿਆਨੀ ਹੈ, ਲੋਕਾਂ ਨੂੰ ਕਹਿੰਦਾ ਗਿਆਨ ਕਰੋ, ਆਪ ਨਹੀਂ ਕਰਦਾ। ਅਪਰ ਉਪਦੇਸਾ ਆਪ ਨ ਕਰਾ। ਅਪਰ ਉਪਦੇਸਾ ਆਪ ਨ ਕਰਾ, ਜਿਹੜਾ ਉਹ ਮੁੱਖ ਗਿਆਨੀ ਹੈ। ਆਵਤ ਜਾਵਤ ਜਨਮੈ ਮਰੈ, ਉਹਨੂੰ ਸੰਤੋਖ ਕਿੱਥੇ ਹੋ ਜੂ, ਉਹਨੂੰ ਕੀ ਸਮਝ ਕਿਵੇਂ ਹੋ ਜੂ। ਇਹ ਉਹ ਨੇ ਸਾਰੇ ਜਿਹੜੇ ਗੱਲਾਂ ਕਰਦੇ ਨੇ ਗੁਰੂ ਗ੍ਰੰਥ ਦਾ ਖਾਲਸਾ, ਫਲਾਨੇ ਦਾ ਖਾਲਸਾ, ਢਿਮਕੇ ਦਾ। ਤੁਸੀਂ ਆਪਣਾ ਮੂੰਹ ਤਾਂ ਦੇਖ ਲਓ ਕਿਹੋ ਜਿਹਾ। ਗੁਰਬਾਣੀ ਦੇ ਨੇੜੇ ਗਏ ਹੋ ਤੁਸੀਂ, ਚੁੱਪ ਕਰਕੇ ਬੈਠੇ ਰਹੋ, ਆਰਾਮ ਨਾਲ ਸੁਣ ਲਓ ਜੇ ਕੋ ਲੈਣਾ। ਮੁੱਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਉਹ ਜੇ ਭਗਵੰਤ ਨਾਲ ਪ੍ਰੀਤ ਹੁੰਦੀ ਉਹਦੇ ਤਨਖਾਹ ਲੈਂਦੇ। ਕਾਰਜ ਉਹਦਾ, ਕਾਰਜ ਉਹਦਾ ਹੀ ਹੈ। ਆ ਸਕੂਲ ਉਹ ਨਹੀਂ ਖੋਲਿਆ, ਉਹੀ ਭਰ ਕੇ ਪੂਰੇ ਕਰ ਰਿਹਾ। ਅਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ। ਪਹਿਲਾ ਸ਼ਲੋਕ ਹੈ ਰਾਤ ਦਾ। ਦੁੱਖ ਦਾਰੂ ਸੁਖ ਰੋਗ ਪਿਆ, ਤਾ ਸੁਖ ਤਾਮਨ ਹੋਈ, ਤੂੰ ਕਰਤਾ ਕਰਨਾ ਮੈਂ ਨਹੀਂ। ਇਹ ਪਹਿਲਾ ਸ਼ਲੋਕ ਆ। ਦੇਖੋ ਕਪਾੜ ਖੋਲ ਦਿੰਦਾ ਇੱਕੋ ਸ਼ਲੋਕ। ਜਾਹੋਂ ਕਰੀ ਨਾ ਹੋਈ, ਤੂੰ ਕਰਤਾ ਕਰਨਾ, ਤੂੰ ਕਰਤਾ ਕਰਨਾ ਕਰ ਰਿਹਾ। ਉਹ ਜੇ ਮੈਂ ਚਾਹਾਂ ਜਾਹੋਂ ਕਰੀ ਨਾ ਹੋਈ, ਜੇ ਮੈਂ ਚਾਹਾਂ ਵੀ ਕੁਛ ਕਰਨਾ, ਮੇਰਾ ਕੀਤਾ ਹੋ ਨਹੀਂ ਸਕਦਾ ਕੁਛ। ਹੋ ਵੀ ਕੀ ਸਕਦਾ ਮੇਰਾ ਕੀਤਾ। ਜਾਹੋਂ ਕਰੀ, ਜੇ ਹੋਂ ਕਰਾਂ ਵੀ ਨਾ ਹੋਈ, ਉਹ ਨਹੀਂ ਹੋਣਾ। ਨਹੀਂ ਹੁੰਦਾ ਮੇਰਾ ਚਿਤਵਿਆ। ਕਬੀਰ ਕਹਿੰਦਾ ਆਪਣੇ ਚਿਤਵਿਆ ਹਰ ਕਰੇ, ਜੋ ਮੇਰੇ ਚਿੱਤ ਨਾ ਹੋਏ। ਦੇਖ ਕੇ ਕਈ ਹੋਈਆਂ ਗੱਲਾਂ ਸਾਰੀਆਂ ਨੇ ਇਹ। ਤੂੰ ਕਰਤਾ ਕਰਨਾ ਮੈਂ ਨਹੀਂ, ਜਾਹੋਂ ਕਰੀ ਨਾ ਹੋਈ, ਬਲਿਹਾਰੀ ਕੁਦਰਤ ਬਸਿਆ। ਉਹ ਕੁਦਰਤ ਦੇ ਵਿੱਚ ਕਿਵੇਂ ਬਸਿਆ, ਜੋ ਹੋ ਰਿਹਾ ਹੈ। ਆਹ ਕੁਦਰਤ ਹੈ ਨਾ, ਪ੍ਰਤੱਖ ਹੈ ਕੁਦਰਤ। ਕੁਦਰਤ ਦੀਸਾ, ਜੋ ਦੀਂਦਾ ਇਹੀ ਕੁਦਰਤ ਹੈ। ਕੁਦਰਤ ਸੁਣੀਏ, ਜੋ ਆਵਾਜ਼ ਸੁਣਦੀ ਉਹ ਵੀ ਕੁਦਰਤ ਹੈ। ਉਹ ਵੀ ਕੁਦਰਤੀ ਆਵਾਜ਼ ਹੈ। ਉਹਨੇ ਆਵਾਜ਼ ਦਿੱਤੀ ਹੈ ਤਾਂ ਹੈ, ਬੋਲਣ ਸ਼ਕਤੀ ਉਹਨੇ ਦਿੱਤੀ ਹੈ ਸਾਨੂੰ, ਤਾਂ ਬੋਲਦੇ ਆ। ਜੋ ਦੀਸੇ ਸੋ ਤੇਰਾ ਰੂਪ। ਉਹ ਕੀ ਕਰ ਰਿਹਾ, ਕੀ ਕਰ ਰਿਹਾ। ਉਹ ਸਾਡੇ ਖਾਲੀਆਂ ਨੂੰ ਭਰ ਰਿਹਾ, ਭਰੇ ਹੋਇਆ ਨੂੰ ਖਾਲੀ ਵੀ ਕਰ ਰਿਹਾ। ਹੁਣ ਭਰੇ ਹੋਏ ਉਹ ਕਿਹੜੇ ਨੇ ਜਿਨ੍ਹਾਂ ਨੂੰ ਖਾਲੀ ਕਰ ਰਿਹਾ। ਉਹਨਾਂ ਨੂੰ ਖਾਲੀ ਕਰ ਰਿਹਾ, ਭਰਿਆ ਨੂੰ। ਜਿਹੜਾ ਦੁੱਧ ਵਿਗੜ ਗਿਆ, ਜੇ ਦੁੱਧ ਵਿਗੜ ਜਾ ਭਾਂਡੇ 'ਚ, ਖਾਲੀ ਨਹੀਂ ਕਰੀਦਾ ਹੁੰਦਾ। ਉਹ ਜਿਹੜਾ ਠੀਕ ਆ ਉਹਨੂੰ ਨਹੀਂ ਖਾਲੂ ਭਰ ਰਿਹਾ, ਖਾਲੀ ਉਹਨੂੰ ਕਰ ਰਿਹਾ ਜਿਹੜਾ ਸੜ ਗਿਆ। ਜਿਹਨੇ ਧਰਮ ਨੂੰ ਧੰਦਾ ਬਣਾ ਲਿਆ, ਵਿਗੜ ਗਿਆ। ਉਹ ਵਿਗੜਿਆ ਦੁੱਧ ਤਾਂ ਗਿਆ ਸੀ ਇਹਨੂੰ ਡੋਲ ਦਿਓ। ਸਾਰਾ ਜਿਹੜੇ ਪ੍ਰਚਾਰਕ ਨੇ, ਪ੍ਰਚਾਰ ਹੈ, ਲੀਡਰ ਲੱਗੇ ਨੇ, ਸਭ ਵਿਗੜਿਆ ਦੁੱਧ ਦਾ ਸਣੇ ਸੰਤ। ਸਭ ਖਾਲੀ ਕਰਿਆ ਜਾਊਗਾ। ਜੇ ਖਾਲੀ ਨਹੀਂ ਹੋਣਗੇ, ਮੱਤ ਨਹੀਂ ਛੱਡਣਗੇ, ਦੂਜੀ ਪੈਣੀ ਹੋਈ ਨਹੀਂ। ਪਾਂਡਾ ਬੈਸ ਧੂਪ ਦੇਵੋ ਤੋ ਦੂਤੇ ਕੋ ਜਾਓ। ਖਾਲੀ ਹੋ ਕੇ ਆਉਣਗੇ, ਦੁੱਧ ਪੈ ਜੂਗਾ। ਨਹੀਂ ਪਾਉਣਾ ਹੀ ਨਹੀਂ ਪਰਮੇਸ਼ਰ ਨੇ ਕੁਛ ਪਿੱਛੇ।
ਇਹ ਉਹਦੀ ਹੈ, ਉਹ ਗਿਆਨ ਦੀ ਕਮੀ ਨੂੰ ਪੂਰੀ ਕਰ ਰਿਹਾ ਹੈ। ਉਹ ਕੰਮ ਕਰਨਾ, ਹੱਥ ਬਟਾਉਂਦੇ ਨੇ ਜਿਹੜੇ, ਉਹ ਭਗਤ ਨੇ, ਉਹਨਾਂ ਨੂੰ ਸੁੱਖ ਮਿਲਦਾ, ਦੂਏ ਨੂੰ ਮਿਲਦਾ ਹੀ ਨਹੀਂ। ਸੁੱਖ ਨਹੀਂ, ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾ। ਭਗਤ ਜਨਾਂ ਦਾ ਮਨ ਇਹਦੇ ਨਾਲ ਹੀ ਟਿਕਦਾ ਹੈ, ਇਹਨਾਂ ਨੂੰ ਪੀਸ ਆਫ, ਇਹਦੇ ਨਾਲ ਹੀ ਮਿਲਦਾ ਪੀਸ ਆਫ ਮਾਈਂਡ। ਤਾਂ ਬਣਦਾ ਜੇ ਉਹ ਭਗਤ ਸੇਵਕ ਬਣ ਕੇ ਕੰਮ ਕਰਨ। ਸੇਵਕ ਹੁੰਦਾ ਬਿਨਾਂ ਤਨਖਾਹ ਤੇ ਦਾਲ ਰੋਟੀ ਤੇ ਕੰਮ ਕਰੇ, ਮਾਲਕੇ ਹੁੰਦਾ ਅਸਲ ਚ ਸੇਵਕ। ਉਹ ਮਾਲਕੀ ਨੂੰ ਬਣਾਓ ਜੀ। ਉਹ ਚਲੋ ਮਾਲਕ ਨੂੰ ਅਸੀਂ ਮੁਖਤਿਆਰ ਬਣਾਤਾ, ਕਿਸੇ ਨੂੰ ਕਿਹਨੂੰ ਬਣਾਓਗੇ ਤੁਸੀਂ ਮੁਖਤਿਆਰ? ਤੁਹਾਡੀ ਕੋਈ ਪ੍ਰਾਪਰਟੀ ਹੈ ਕਿਤੇ। ਇੱਕ ਰਾਜਾ ਵੀ ਹੈ, ਰਾਜਾ ਸਿਆਣਾ ਹੋ ਗਿਆ, ਜਾਂ ਸਾਡੇ ਮੁੱਖ ਮੰਤਰੀ ਹੈ, ਉਹ ਬਿਮਾਰ ਹੋ ਗਿਆ, ਕਈ ਹੋਏ ਨੇ। ਆਪਣੇ ਇੱਥੋਂ ਕਿਹਨੂੰ ਬਣਾਉਂਦੇ ਨੇ? ਜਿਹੜਾ ਸਭ ਤੋਂ ਜ਼ਿਆਦਾ ਵਿਸ਼ਵਾਸ ਪਾਤਰ ਹੋਵੇ। ਨਹੀਂ ਤਾਂ ਦੂਆ ਨੇੜੇ ਨਹੀਂ ਆਉਣ ਦਿੰਦਾ, 6 ਮਹੀਨੇ ਬਾਅਦ ਜੋੜ ਤੋੜ ਕਰ ਲੈਂਦਾ। ਜਿਵੇਂ ਨਰਸਿਮਹਾ ਰਾਓ ਨੇ ਇਹਦੀ ਭੂਤਨੀ ਘਵਾਤੀ ਸੀ ਸੋਨੀਆ ਦੀ, ਫਿਰ ਵਿਸ਼ਵਾਸ ਕੀਤਾ ਕਿਸੇ ਸਿੱਖ ਤੇ, ਪਰ ਸਿੱਖ ਨੇ ਵਿਸ਼ਵਾਸ ਨਹੀਂ ਤੋੜਿਆ। ਇਸ ਕਰਕੇ ਮੈਂ ਕਿਹਾ ਸੀ, ਇੱਕ ਸਿੱਖ ਪੈਦਾ ਹੋਇਆ ਗੁਰੂ ਵਾਲਾ, ਉਹ ਵੀ ਕਾਂਗਰਸੀਆਂ 'ਚ ਪੈਦਾ ਹੋਇਆ ਅੱਜ ਦੀ ਡੇਟ 'ਚ। ਉੱਚੀ ਉਹ ਥੱਲੇ ਹੋਣੇ ਨੇ। ਜਿਹੜਾ ਵੱਡੀ ਪ੍ਰੀਖਿਆ ਪਾਸ ਕਰ ਗਿਆ, ਦੇਸ਼ ਦਾ ਪ੍ਰਧਾਨ ਮੰਤਰੀ ਜੀ ਨੇ ਬਣਾਇਆ, ਉਹਦੇ ਨਾਲ ਉਹਦਾ ਹਵਾ ਜਿੰਨਾ ਵੀ ਕਦੇ ਫਰਕ ਨਹੀਂ ਪਿਆ। ਕਦੇ ਬੇਈਮਾਨੀ ਨਹੀਂ ਆਈ ਵੀ ਮੈਂ ਆਪਣੀ ਮਰਜ਼ੀ ਕਰਾਂ, ਇਹ ਤਾਂ ਇੰਡੀਪੈਂਡੈਂਟ ਹੋ ਕੇ ਮੈਂ ਆਪਣਾ ਹੀ ਕਰ ਲਾ, ਪਿਆ ਹੀ ਨਹੀਂ। ਇਹਦਾ ਮਤਲਬ ਉਹਨੂੰ ਪਹਿਲਾਂ ਇੱਛਾ ਵੀ ਨਹੀਂ ਸੀ ਬਣਨ ਦੀ, ਉਹਨੂੰ ਆਪ ਨੂੰ ਇੱਛਾ ਹੀ ਨਹੀਂ ਸੀ ਬਣਨ ਦੀ, ਤੇ ਬਣਾਤਾ ਬਸ। ਤਿਆਗ ਹੈ, ਤਿਆਗ ਦੀ ਕਦਰ ਵੀ ਦੁਨੀਆ ਨੇ ਕੀਤੀ ਹੈ। ਇਹ ਜਿਹਾ ਤਿਆਗ ਚਾਹੀਦਾ। ਚਲੋ ਫਿਰ ਵੀ ਸੰਸਾਰੀ ਆਦਮੀ ਆ, ਉਹ ਭਗਤ ਤਾਂ ਹੈ ਨਹੀਂ। ਇੱਧਰ ਆ ਜਾਂਦਾ, ਪਾਰ ਪਿਆ ਸੀ ਜਿਹਨੇ ਕੀਤੀ ਸੋ ਪਾਰ ਪਿਆ। ਇੰਨਾ ਕੁ ਕੰਮ ਹੈ ਇੱਧਰ ਵੀ, ਜ਼ਿਆਦਾ ਨਹੀਂ ਹੈਗਾ। ਇਹ ਨਹੀਂ ਹੁੰਦਾ। ਪੀਸ ਆਫ ਮਾਈਂਡ ਉਹਨੂੰ ਮਿਲਦਾ ਜਿਹੜਾ ਆਪ ਭਾਣੇ 'ਚ ਚੱਲਦਾ ਔਰ ਭਾਣੇ 'ਚ ਚੱਲਣ ਦਾ ਉਪਦੇਸ਼ ਦਿੰਦਾ। ਜਿਹੜੇ ਭਾਣੇ ਦੇ ਵਿੱਚ ਨਹੀਂ ਚੱਲਦੇ ਲੋਕ, ਉਪਦੇਸ਼ ਉਲਟ ਕਰਦੇ ਨੇ, ਧਰਮ ਆਪਣੇ ਆਪ ਨੂੰ ਕਹਿੰਦੇ ਨੇ, ਮੰਨਦੇ ਨੇ, ਉਹਨਾਂ ਦੀ ਮੁਖਾਲਫਤ ਵੀ ਕਰਦਾ ਡਟ ਕੇ, ਉਹਨਾਂ ਨੂੰ ਚੋਰ ਠੱਗ ਵੀ ਕਹਿੰਦਾ। ਜਿਹੜੇ ਰਾਜੇ ਬੇਇਨਸਾਫੀਆਂ ਕਰਦੇ ਨੇ, ਪਬਲਿਕ ਨਾਲ ਧੱਕਾ ਕਰਦੇ ਨੇ, ਉਹਨਾਂ ਨੂੰ ਰਾਜੇ ਛੇ ਮੁਕੱਦਮ ਕੁੱਤੇ ਵੀ ਕਹਿੰਦਾ। ਔਖੀ ਗੱਲ ਹੈ, ਇੱਕ ਔਖੀ ਗੱਲ ਹੈ। ਇੱਕ ਤਾਂ ਇਕੱਲਾ ਪਿਆ ਹੁੰਦਾ, ਲੋਕ ਉਹਦੇ ਨਾਲ ਨਹੀਂ ਹੁੰਦੇ। ਇਹ ਗੱਲ ਕਹਿਣੀ ਰਾਜੇ ਸਿੰਘ ਅਸਲ 'ਚ ਕਹੀ ਤਾਂ ਪਰਮੇਸ਼ਰ ਨੇ ਕਹੀ ਹੈ। ਇਹ ਉਹ ਦੱਸਦਾ ਵੀ ਤੁਸੀਂ, ਤੁਹਾਡੀ ਜਿਹੜੀ ਹੈ ਨਾ ਰਾਜਿਆਂ ਬਾਰੇ ਪਰਮੇਸ਼ਰ ਦਾ ਖਿਆਲ ਹੈ, ਤੁਸੀਂ ਛੇ ਹੋ, ਤੁਹਾਡੇ ਅਹਿਲਕਾਰ ਕੁੱਤੇ ਨੇ ਮੁਕੱਦਮ ਰੱਖੇ ਹੋਏ। ਇਹਦਾ ਹਿਸਾਬ ਦੇਣਾ ਪਊਗਾ ਤੁਹਾਨੂੰ, ਭੁਲੇਖੇ 'ਚ ਨਾ ਰਹੋ। ਉਹ ਤਾਂ ਕਹਿਣਾ ਹੁੰਦਾ ਵੀ ਇਹ ਕੰਮ ਛੱਡ ਦੇਣ, ਤਾਂ ਉਹ ਤੇ ਕਹਾ ਹੈ, ਪਰ ਉਹ ਵੈਰੀ ਬਣ ਜਾਂਦੇ ਨੇ ਵੀ ਹਾਂ ਸਾਨੂੰ ਕਿਹਾ ਕਿਉਂ। ਆ ਸਮੱਸਿਆ ਤੋਂ ਲੜਾਈ ਸ਼ੁਰੂ ਹੋ ਜਾਂਦੀ ਹੈ। ਉਹ ਕਹਿੰਦੇ ਨੇ ਵੀ ਤੁਸੀਂ ਮੂੰਹ ਬੰਦ ਕਰੋ, ਉਹ ਕਹਿੰਦਾ ਬੋਲਣਾ ਮੇਰੀ ਮਜਬੂਰੀ ਹੈ। ਜੋ ਦੇਖਣਾ ਸੱਚ ਨੂੰ ਸੱਚ ਕਹਿਣਾ ਮੇਰੀ ਮਜਬੂਰੀ ਹੈ, ਉਹਦੀ ਮਜਬੂਰੀ ਹੈ। ਹਰ ਵਾਰਨਿੰਗ ਦੇਣੀ ਜ਼ਾਲਮ ਨੂੰ, ਜੋ ਤਪ ਕਰਕੇ ਰਾਜ ਕਰ ਲੈ ਲੈਂਦਾ ਫਿਰ ਜ਼ੁਲਮ ਕਰਦਾ ਹੈ, ਉਹਨੂੰ ਵਾਰਨਿੰਗ ਪਰਮੇਸ਼ਰ ਦਵਾ ਰਿਹਾ। ਉੱਤੇ ਉਹ ਵਾਰਨਿੰਗ ਦੇਵੇ ਨਾ, ਮੈਸੇਜ ਦੇਵੇ ਨਾ, ਉਹ ਤਾਂ ਮੈਸੇਂਜਰ ਹੈ। ਮੈਸੇਂਜਰ ਨਾਲ ਦੁਸ਼ਮਣੀ, ਪਰਮੇਸ਼ਰ ਨਾਲ ਦੁਸ਼ਮਣੀ ਹੈ। ਜਿਹੜਾ ਮਰਜ਼ੀ ਕਰ ਲਵੇ, ਭਗਤਾਂ ਨੇ ਤਾਂ ਇਹੀ ਮੰਨ ਕੇ ਕੀਤਾ ਸਭ ਕੁਝ।
उन्होंने पता होंगे परमेश्वर ने पंगा लेंदा आपे मारिया जाऊगा। कूड़ न कुटे नानक औड़ सच रही, एक मैसेज देगा दुनिया नू, कोई गल नहीं है बोली जाते साढ़े खिलाफ इन्होंने कोई शक्ति है, थोनू पता लग जूगा खोटा कूड़े होगा, अखीर खोटा साबित कूड़ ने होना है। अज अकाली दल का खोट सब बाहर आ गया, कूड़ सी, सानू पता सी, संगत नूं नहीं सी पता। संगत नूं की पता मूर्खां होरां नूं, ये तो संतां नूं ब्रह्म ज्ञानी बनाई जांदे, इन्हां दा की मतलब? ये स्वार्थी लोग ने, मूर्खां दे कोल गुरबाणी ने कहा है, उन्होंने भड़काते थोनू मूर्खां दे कोल कहंदे ने, ये उन्हां दे खिलाफ हो गए। गुरुआं ते तो गुरुआं दे खिलाफ रहे ने, क्यों खिलाफ रहे ने? सानू तां मूर्खां दे कोल कहंदा, भड़काते चोर हराम खोरां ने, क्योंकि चोर हराम खोर दी नहीं गल दसी भी सानू कहा है, वो तो कहता चोर हराम थोड़े बच्चे ने, दोए गल्लां पब्लिक ते ठोकतियां अर्थां च, चक के देखो ठीक है। अपने ते चोर हराम खोर दी उंगली क्यों ना आई? दो ही गल्लां पब्लिक कहतियां भी चोर हराम खोर ने है, मूर्खां दे कोर ने है। थोड़ी तो करदे ने निंदिया संगत दी, ते गुरु कहते ने सारी पब्लिक खिलाफ हो गई सी इस गल ते, हुण भी कर सकदा मैं, ये गल नहीं होवे। कारण ने पब्लिक खिलाफ करन दे इन्हां दे, ये कारण इन्होंने वरते ने, ही अर्थ कीते ने इन्होंने अर्थ क्यों ना कीते भी सानू चोर हराम खोर कहंदे ने, उन्होंने मूर्खां दे कोर कहंदे ने, ते लोग नहीं सी गुस्सा करदे, अलर्ट होंदे हो लोग ये चोर हराम खोर ने। सानू इन्हां दी गल ते विश्वास नहीं करना फिर संतां दी ते, जे आपनू चोर हराम खोर कहंदे फिर तां पब्लिक टुट जांदी इन्हां तो। वो तोड़न वास्ते गल कही थी, उल्टी वरत ली, पब्लिक के खिलाफ करती। आप तो ज्ञानवान ने, आप तो अपने ज्ञानी ने, आप तो बड़े दे अर्थ करदे ने, अपने आप नूं चोर हराम खोर किवें कहंदे? प्रॉब्लम सी अर्थ करन दी इन्हां दी गलत। सुख मनी है नन्ने नाल, मणी करता नाना कोलों ही लाता, साफ सुने टीका ही लग्या होया, सुखां दी मणी लै गल च पा ला लैके, गल च क्यों ना पाई था मणी? मणी जहर नूं कहंदे ने, जिहड़ी सप दी जहर उहनूं मणी कहंदे ने, नाणे नाल हुंदी है गुरबाणी च, ਉਹਦਾ नाम मणी है, मणी वाला सप, ਇਹ मणी बनाती सप वाली अर्थां भी। चलो जे मणी कहता, मणी का सप ते सिर ते जिहड़ा मणका हुंदा कहंदे ने, ਉਹਨੂੰ कहंदे ने, आपे ਉਹੀ है। चल ਜਿਹੜੇ जोगी सी श्री चंद वाले ते उन्होंने मौज बन गई, शिव दे गल च सप नहीं है, साध मणियां बन गया आप। चल इन्होंने फ्रॉड करना किते बहुत खास अकल वाला फ्रॉड नहीं है खास बेवकूफी वाला, पर लोगों नूं ते नहीं फड़ होया। गल की है, लोग श्रद्धावान बनाए सी, इन्होंने ज्ञानवान नहीं बनाए। जे सिख ज्ञानवान बना दे फिर चोर हराम खोरां नूं फड़ लेंदे। चोर हराम खोर ज्ञान का प्रचार नहीं कर सकते, करनगे तो मर गए, फड़ूगी नूं आपे फड़ जाणगे। आप वास्ते कोई पुलिस तैयार नहीं करते, कदे चोरां ने स्कूल नहीं खोले पुलिस दे, कदे चोरां ने किताबां नहीं लिखिया भी चोरां नूं ऐ फड़ी जाए, लिखिया किताबां, उन्होंने तजर्बा हुंदा जो वो किताबां लिख के जाण जिहड़े वधिया चोर ने, भी असीं ऐ कीता पुलिस ते फड़ नहीं होया भाई, आ गल्लां ने दसदे ने। चोर अपनी चोरी दी किताबां नहीं लिखते, हाँ फड़न वाले लिखते हुंदे ने। चोरियां देखते ने नवे नवे तरीके दियां समझ के वो अलर्ट करते हैं। चोर तो नवे नवे चोरी के तरीके लभदे रहंदे ने, नवियां नवियां बत्तां संत चला के नवे नवियां टैक्नीकां वरत के लुट्टण दे जरिए बना के लोकां नूं किवें करना,
ਇਹ ਇਦਾਂ ਕਰਦੇ ਰਹਿੰਦੇ ਨੇ ਚੋਰ ਹਰਾਮਖੋਰ ਧਰਮ ਦੇ ਨਾਂ ਤੇ। ਅੱਜ ਮੈਂ ਕੱਲ ਸੁਣਿਆ 7 ਕੁਇੰਟਲ ਦੀ ਕਹਿੰਦੇ ਉਹਨਾਂ ਨੇ ਬਣਾਤੀ ਭੀੜ, ਕਹਿੰਦੇ ਗੁਰਦੁਆਰੇ ਸੰਗਤ ਨਹੀਂ ਸੀ ਜਾਂਦੀ, ਆਪਾਂ ਕੀ ਕਰੀਏ। ਕੋਈ ਕਹਿੰਦਾ ਇਹੋ ਜਿਹਾ ਪਲਾਨ ਬਣਾਈਏ, ਉਹ ਜਿਵੇਂ ਖੰਡਾ ਬਣਾਇਆ ਉਹਨੇ ਬੜਾ ਅਨੰਦਪੁਰ ਸਾਹਿਬ ਲੋਕ ਦੇਖਣ ਜਾਂਦੇ ਨੇ, ਗੁਰਦੁਆਰੇ ਹੁਣ ਤਾਂ ਜਾਂਦਾ ਨਹੀਂ ਕੋਈ ਇਹੋ ਜਿਹੀ ਗੱਲ ਕਰੀ। ਉਹ ਆ ਵੀ ਉੱਥੇ ਮਨੇਚਰ ਸੀ, ਉਹ ਕਹਿੰਦਾ ਬਈ ਉਹਨੇ 7 ਕੁਇੰਟਲ ਦੀ ਭੀੜ ਬਣਾਤੀ। ਹੁਣ ਉਹਦੀ ਪੇਸ਼ੀ ਹੈ, ਕਹਿੰਦੇ ਪਹਿਲਾਂ ਉਹਦੇ ਕੋਲ ਹੋ ਚੁੱਕੀ, ਤੈਂ ਕਿਉਂ ਬਣਾਈ। ਉਹਨੂੰ ਕਹਿੰਦੇ ਤੁਸੀਂ ਖੰਡਾ ਕਿਉਂ ਬਣਾਇਆ। ਸਿਆਣਿਆਂ ਨੇ ਜਾਣ ਕੇ ਬਣਾਈ ਹੈ, ਤੁਸੀਂ ਖੰਡਾ ਕਿਉਂ ਬਣਾਇਆ। ਝੂਠ ਬੋਲਿਆ ਨਾ ਕਿਸੇ ਨੇ। ਸਾਡੀ ਐਡੀ ਖੁੱਲੀ ਸੀ, ਮੈਂ ਸੀ ਪੂਰਬ ਤੇ ਪੱਛਮ ਤੱਕ ਉਹਦੀ ਖੁੱਲੀ ਸੀ। ਕਹਿੰਦਾ ਸਾਡੇ ਬਜ਼ੁਰਗਾਂ ਦਾ ਐਡਾ ਵਰਸ਼ਾ ਸੀ, ਕੋਠੇ ਤੇ ਚੜ੍ਹ ਕੇ ਕਾਬਲ ਦੇ ਪਠਾਨ ਉੱਥੇ ਬਿੰਨ ਲੈਂਦਾ ਸੀ। ਉਹ ਕਹਿੰਦਾ ਵਰਸ਼ਾ ਰੱਖਦੇ ਕਿਤੇ, ਤੇ ਕਹਿੰਦਾ ਤੁਹਾਡੀ ਖੁੱਲੀ ਤੇ ਵਰਸ਼ਾ ਉਹਨਾਂ ਦੀ ਛੱਤ ਤਾਂ ਨੀਵੀਂ ਹੁੰਦੀ ਹੈ, ਐਡਾ ਘਰ ਵੀ ਨਹੀਂ ਹੁੰਦਾ, ਘਰ 'ਚ ਰੱਖੂ ਵਰਸ਼ਾ। ਕਹਿੰਦਾ ਰੱਖਦੇ ਤੇ ਕਹਿੰਦਾ ਤੁਹਾਡੀ ਖੁੱਲੀ ਹੀ ਰੱਖ ਦਿੱਤੇ। ਸਿਆਣਿਆਂ ਦੀਆਂ ਗੱਲਾਂ ਨੇ, ਜਿਨ੍ਹਾਂ ਨੇ ਇਹ ਗੱਲਾਂ ਬਣਾਈਆਂ ਨੇ ਉਹਨਾਂ ਨੇ ਗਾਂ ਚੋਰ ਹਰਾਮਖੋਰਾਂ ਨੂੰ ਬੁੱਝਿਆ। ਸਾਧ ਬੁੱਝ ਲੈਂਦੇ ਨੇ ਚੋਰਾਂ ਦੀਆਂ ਗੱਲਾਂ, ਸਾਰੇ ਬੁੱਝ ਲੈਂਦੇ ਨੇ। ਨਹੀਂ ਪੀਸ ਆਫ ਮਾਈਂਡ ਮਿਲਦਾ, ਪਰ ਭਗਤ ਜਨਾਂ ਕੇ ਮਨ ਵਿਸਰਾਮ ਇਸ ਬਾਣੀ ਨਾਲ, ਇਸ ਬਾਣੀ ਤੇ ਸੋਝੀ ਨਾਲ ਹੀ ਹੋਇਆ ਹੈ, ਹੁੰਦਾ ਹੈ। ਇਸ ਬਾਣੀ ਦੀ ਨਹੀਂ, ਜਿਹੜੀ ਸੋਝੀ ਇਹ ਬਾਣੀ ਕਰਾਉਂਦੀ ਹੈ, ਹੋਰ ਬਾਣੀ ਵੀ ਕੋਈ ਕਰਾ ਸਕਦੀ। ਸੋਝੀ ਆਪਣੇ ਆਪ ਚ ਗੱਲ ਹੈ। ਜਿਹੜਾ ਆਦਮੀ ਕਰਾ ਰਿਹਾ ਉਹ ਕਿਹੜੇ ਸ਼ਬਦ ਦੇ ਰਿਹਾ, ਕਿਵੇਂ ਕਰਾ ਰਿਹਾ, ਉਹਦੀ ਆਪਣਾ ਤਰੀਕਾ ਬੋਲਣ ਦਾ ਤਰੀਕਾ, ਬਿਆਨ ਦਾ ਤਰੀਕਾ ਆਰਡਰ ਹੋਊਗਾ। ਸੋਝੀ ਹੋਈ ਭਾਸ਼ਾ ਉਹਦੀ ਆਪਣੇ ਹੋ ਸਕਦੀ ਹੈ, ਸੋਝੀ ਹੋਈ ਹੈ, ਟੌਪਿਕ ਉਹੀ ਹੋਊਗਾ। ਇਹ ਬਾਣੀ ਬਾਰੇ ਪਹਿਲਾਂ ਇਹ ਤੋਂ ਕੀ ਲਾਭ ਲਿਆ, ਸੰਤ ਇਹੀ ਬਾਣੀ ਪੜ੍ਹਦੇ ਨੇ, ਇਹਦਾ ਹੀ ਕਿਉਂ ਪ੍ਰਚਾਰ ਕਰਦੇ ਨੇ ਜ਼ਿਆਦਾ। ਇਹਦੀ 13ਵੀਂ ਅਸ਼ਟਪਦੀ ਵਿੱਚ ਸੰਤ ਬਾਰੇ ਕੁਝ ਲਿਖਿਆ ਹੋਇਆ, ਸਾਰੇ ਸੰਤ ਉੱਤੇ ਹੀ ਹੈ। ਇੱਕ ਬ੍ਰਹਮ ਗਿਆਨੀ ਦੀ ਅਸ਼ਟਪਦੀ ਹੈ ਨਾ, 13ਵੀਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਹੈ, ਉਹਦਾ ਮਿਸਯੂਜ਼ ਕੀਤਾ ਇਹਨਾਂ ਨੇ। ਸੰਤ ਦੀ ਅਸ਼ਟਪਦੀ ਉਹਦਾ ਮਿਸਯੂਜ਼ ਕੀਤਾ। ਭਾਈ ਚਲੋ ਸੰਤ ਤੁਸੀਂ ਪਹਿਲਾਂ ਤਾਂ ਕਬੀਰ ਹੈ, 5ਵੇਂ ਪਾਤਸ਼ਾਹ ਦਾ ਬਾਅਦ ਚ ਨੇ। ਕਬੀਰ ਕਿਹਨੂੰ ਸੰਤ ਕਹਿੰਦਾ, ਕਿਹਨੂੰ ਬਨਾਰਸ ਕੇ ਠੱਗ ਕਹਿੰਦਾ। ਜੇ ਬਨਾਰਸ ਕੇ ਠੱਗ ਕਹਿਣਾ ਅਸੀਂ ਵੀ ਸੰਤ ਹਾਂ, ਕੌਣ ਮੰਨੂਗਾ ਉਹਨਾਂ ਦੀ ਗੱਲ। ਪਹਿਲਾਂ ਤੁਸੀਂ ਇੱਕ ਸੋਟੀ ਤੇ ਆਪਣਾ ਸਰਟੀਫਿਕੇਟ ਲਓ ਵੀ ਤੁਸੀਂ ਸੰਤ ਹੋ, ਫਿਰ ਉਹ ਅਸ਼ਟਪਦੀ ਦਾ ਬੈਨੀਫਿਟ ਲਓ। ਤੁਸੀਂ ਸਕੂਲ ਕਦੇ ਗਏ ਨਹੀਂ, ਕਹਿੰਦਾ ਮੈਨੂੰ ਜੱਜ ਲਾ ਦੇ, ਕੌਣ ਲਾ ਦੂਗਾ ਤੁਹਾਨੂੰ ਜੱਜ। ਉੱਥੇ ਕਾਨੂੰਨ ਦੀਆਂ ਕਿਤਾਬਾਂ, ਕਿੱਡੀ ਦਿਮਾਗ ਚਾਹੀਦਾ। ਤੁਸੀਂ ਸੁਪਰੀਮ ਕੋਰਟ ਦੇ ਜੱਜ ਬਣਨ ਨੂੰ ਫਿਰਦੇ ਹੋ, ਸਕੂਲ ਕਦੇ ਮੂੰਹ ਨਹੀਂ ਦੇਖਿਆ। ਗੁਰਬਾਣੀ ਦਾ ਤੁਹਾਨੂੰ ਕੱਖ ਨਹੀਂ ਪਤਾ, ਇੱਕ ਵੀ ਸੰਤ ਨਹੀਂ ਜਿਹੜਾ ਸ਼ੁੱਧ ਬਾਣੀ ਪੜ੍ਹ ਦੇਵੇ ਇਹਨਾਂ 'ਚ। ਜਪਜੀ ਸਾਹਿਬ ਸ਼ੁੱਧ ਪੜ੍ਹ ਕੇ ਦਿਖਾ, ਗੱਲਾਂ ਮਾਰਦੇ ਨੇ ਐਵੇਂ। 4 ਸ਼ਬਦ ਉਹਦੇ ਵਿੱਚ ਨੇ, ਜਪਜੀ ਸਾਹਿਬ ਤੋਂ ਤਾਂ ਠੀਕ ਨਹੀਂ ਹੋਏ, ਪਾਠ ਅੰਤਰ ਨਹੀਂ ਠੀਕ ਹੋਇਆ। ਪਾਠ ਅੰਤਰ ਠੀਕ ਕਰ ਲੈਂਦੇ, ਬੜੇ ਬ੍ਰਹਮ ਗਿਆਨੀ ਬਣੇ ਫਿਰਦੇ ਹੋ। ਆਸਾ ਦੀ ਬਾਤ ਦੇ ਵਿੱਚ ਪਾਠ ਅੰਤਰ 20 ਜਗ੍ਹਾ ਪਾਠ ਅੰਤਰ ਹੈ, ਠੀਕ ਕੀਤਾ ਤਾਂ ਗੱਲ ਫਿੱਟ ਆਉਂਦੀ ਨਾ, ਆਉਂਦੀ ਹੋਈ ਨਹੀਂ। ਪਰ ਤੁਸੀਂ ਗੱਲ ਤੇ ਲੈਣਾ ਕੀ ਹੈ। ਜੇ ਮਨ ਦੇ ਵਿੱਚ ਵਿਸ਼ਰਾਮ ਹੈ, ਸਤ ਸੰਤੋਖ ਹੈ, ਤਾਂ ਠੀਕ ਹੈ, ਫਿਰ ਤਾਂ ਹੈਗਾ ਸੰਤ। ਜੇ ਹੈ ਨਹੀਂ ਫਿਰ ਬਨਾਰਸ ਕੇ ਠੱਗ। ਸੁਖਮਨੀ ਦੀ ਬਾਣੀ ਨੂੰ ਤੁਸੀਂ ਕੀ ਵਿਚਾਰਿਆ। ਭਗਤ ਜਨਾਂ ਦੇ ਮਨ ਵਿਸ਼ਰਾਮ ਕਰ ਦਿੰਦੀ ਹੈ ਇਹ, ਤੁਹਾਡੇ ਹੋਇਆ ਜੇ ਨਹੀਂ ਹੋਇਆ ਕਿਉਂ ਨਹੀਂ ਹੋਇਆ। ਤੁਸੀਂ ਗਾਜਰ ਨਾਲ ਗਠੇ ਵੇਚ ਦਿੱਤੇ ਰਲਾ ਕੇ, ਗਾਜਰ ਨਾਲ ਗਠੇ ਰਲਾ ਕੇ ਵੇਚਦੇ ਨੇ ਵੀ ਇੱਕੋ ਹੀ ਚੀਜ਼ ਹੈ, ਜਾਂ ਗਾਜਰ ਨਾਲ ਗੁਠਲੀਆਂ ਰਲਾ ਕੇ ਵੇਚਦੇ ਨੇ, ਇਹ ਵੀ ਕਹਿ ਦਿੰਦੇ ਨੇ।
ਗਾਜਰਾਂ ਦੀ ਗੁਠਲੀ ਰਲਦੀ ਹੋਈ ਨਹੀਂ। ਜੇ ਤਾਂ ਹੈਗਾ ਦੋ ਅੱਖਾਂ ਵਾਲਾ ਫੇਰ ਤਾਂ ਨਹੀਂ ਰਲਦੀ, ਇੱਕ ਅੱਖ ਵਾਲਾ ਉੱਥੇ ਵੀ ਨਹੀਂ ਰਲਦੀ। ਜੇ ਤੇ ਅੰਨਾ ਉੱਥੇ ਰਲ ਜੂ, ਟੋਹ ਕੇ ਦੇਖੂਗਾ। ਅੰਨਿਆਂ ਚ ਰਲਾ ਸਕਦੇ ਹੋ ਤੁਸੀਂ ਗੋਲੀਆਂ ਗਾਜਰਾਂ ਜਿਹੜੀਆਂ ਲੜਾਈਆਂ ਨੇ, ਅੱਡ ਅੱਡ ਕਰਕੇ ਰੱਖਤੀਆਂ ਸਾਰੀਆਂ। ਤੁਸੀਂ ਦੇਖੋ ਹੁਣ ਕੀ ਬਣੂ ਦੁਨੀਆ ਦਾ। ਕਹਿੰਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਸੰਤਾਂ ਦਾ। ਡਿਕਲੇਅਰ ਕਰ ਲੈ, ਫੱਟੇ ਲਾ ਲੈ ਸੰਤਾਂ ਦੇ, ਸ਼ਾਂਤੀ ਕਿਸੇ ਨੂੰ ਵੀ ਨਹੀਂ। ਤੁਸੀਂ ਸੰਤ ਕਿਵੇਂ ਨਾ ਰੱਖ ਲਿਆ ਆਪਣਾ, ਤੇ ਸ਼ਾਂਤੀ ਹੈ ਨਹੀਂ। ਸੰਤ ਉਹ ਜਿਹੜਾ ਦੂਸਰੇ ਨੂੰ ਸ਼ਾਂਤੀ ਦੇ ਦੇਵੇ, ਫਿਰ ਉਹ ਸੰਤ ਕਹਾਵੇ। ਹਮਰੋ ਭਰਤਾ ਸਦਾ ਵਿਵੇਕੀ, ਆਪੇ ਸੰਤ ਕਹਾਵੇ। ਸੰਤ ਉਹ ਕਹਾਉਂਦਾ, ਤੁਸੀਂ ਕਹਣ ਲੱਗੇ ਉਹ ਸਦਾ ਵਿਵੇਕੀ ਹੈ। ਵਿਵੇਕੀ ਕਹਿੰਦਾ ਅਮਰੋ ਭਰਤਾ ਸਦਾ ਵਿਵੇਕੀ। ਭਰਤਾ ਭਰ ਕੇ ਪੂਰਾ ਕੀਤਾ ਗਿਆ ਉਹਨਾਂ ਨੇ ਮੇਰਾ। ਅਕਲ ਕਲਾ ਭਰਪੂਰ ਹੋਇਆ, ਆਪੇ ਸੰਤ ਕਹਾਵੇ। ਸੰਤ ਉਹ ਸੀ, ਤੁਸੀਂ ਬਣ ਗਏ ਸੰਤ। ਬਨਾਰਸ ਕੇ ਠੱਗ ਸਾਬਤ ਹੋ ਚੁੱਕੇ, ਸੰਤ ਬਣਨ ਦੀ ਕੋਸ਼ਿਸ਼ ਕਰ ਲੋ, ਚੰਗੀ ਗੱਲ ਹੈ। ਕਿਸੇ ਦਾ ਨਹੀਂ ਕੁਝ ਵਿਗੜਨਾ, ਤੁਹਾਡਾ ਕੋਲ ਰਹਿਣਾ ਨਹੀਂ, ਰਿਹਾ ਹੀ ਨਹੀਂ ਹੋਇਆ। ਰਹਿਣਾ ਦਾ ਮਤਲਬ ਤਾਂ ਮਤਲਬ ਹੈ ਹੀ ਨਹੀਂ, ਤੁਹਾਡੇ ਕੋਲ ਨਹੀਂ ਕੱਖ ਵੀ। ਕਰਜ਼ਾ ਹੋ ਗਿਆ, ਅਗਿਆਨਤਾ ਫੈਲ ਗਈ, ਜ਼ਿਆਦਾ ਮੁਸ਼ਕਿਲ ਹੋ ਗਿਆ, ਹੰਕਾਰ ਜ਼ਿਆਦਾ ਵੱਧ ਗਿਆ। ਥੋੜਾ ਬਹੁਤਾ ਜੇ ਟੈੜਾ ਹੁੰਦਾ ਕਰ ਲੋ, ਨਹੀਂ ਤੁਹਾਡੀ ਮਰਜ਼ੀ। ਮੇਰਾ ਜੈਸਾ ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ਾਂ ਦੀ ਵਰਜਨ, ਦੋਸ਼ ਕਿਹਨੂੰ ਹੈ? ਜਦੋਂ ਕੀਤਾ ਪਾ ਲਿਓ, ਉਹੀ ਪਾਇਆ ਹੋਇਆ। ਉਹਨਾਂ ਕੇ ਗਿਆਨ ਹੈ ਤੁਹਾਡੇ ਕੋਲ, ਉਹਨਾਂ ਕੇ ਤੁਹਾਡਾ ਮਨ ਸ਼ਾਂਤ ਹੈ, ਉਹਨਾਂ ਕੋਲ ਤੁਹਾਡੇ ਸੱਚ ਨਾਲ ਪ੍ਰੇਮ ਹੈ। ਜਿੰਨਾ ਤੁਸੀਂ ਪਾਇਆ ਪ੍ਰੇਮ ਉਹਨਾਂ ਹੀ ਪਊਗਾ। ਇਹ ਸੁਖਮਣੀ ਦੀ ਬਾਣੀ ਦੀ ਮਿਸਯੂਜ਼ ਦੀ ਕਹਾਣੀ ਹੈ। ਇਹਨਾਂ ਨੇ ਮਿਸਯੂਜ਼ ਕੀਤੀ ਰੱਜ ਕੇ। ਅੱਜ ਕੀ ਹੈ ਰਿਜ਼ਲਟ, ਕੀ ਹੈ? ਇਹ ਸਿਰਫ ਬਹਾਨਾ ਸੀ ਸੁਖਮਣੀ ਦੀ ਬਾਣੀ ਦਾ। ਸਿਰਫ ਸਿੱਖ ਧਰਮ ਨੂੰ ਕੁਰਾਹੇ ਪਾਉਣ ਖਾਤਰ ਸੰਤ ਬਣ ਗਏ। ਅਕਾਲੀ ਨੇ ਡਿਊਟੀ ਲਈ ਸੀ ਵੀ ਅਸੀਂ ਸਹੀ ਪ੍ਰਚਾਰ ਕਰਾਂਗੇ। ਜਦੋਂ ਅਕਾਲੀ ਜ਼ਿਆਦਾ ਵਿਗੜ ਗਏ, ਸੰਤਾਂ ਦੀ ਬੇਕਦਰੀ ਕਰਨ ਲੱਗ ਗਏ। ਨਿਰਮਲਿਆਂ ਦੀ ਕਦਰ ਹੁੰਦੀ ਸੀ, ਨਿਰਮਲਿਆਂ ਦੀ ਬੇਕਦਰੀ ਹੋ। ਫਿਰ ਨਿਰਮਲਿਆਂ ਨੇ ਕਿਰਪਾਨ ਵਾਲੇ ਸੰਤ ਪੈਦਾ ਕਰਤੇ, ਸਭ ਨਿਰਮਲਿਆਂ ਦੇ ਚੇਲੇ ਆਏ ਬਾੜਤੇ ਸੰਤ। ਇਹਨਾਂ ਦਾ ਅਕਾਲੀਆਂ ਨਾਲ ਜੀਵਨ ਚੰਗਾ ਹੈ, ਇਹ ਗੱਲ ਤਾਂ ਠੀਕ ਹੈ। ਲੇਕਿਨ ਅਕਾਲੀ ਦਾ ਸੰਤ ਕਹਾਉਂਦੇ ਨਹੀਂ, ਦੂਜਾ ਸੰਤ ਕਹਾਉਂਦੇ। ਖਾਲਸਾ ਕਹਾ ਲੈਂਦੇ ਨੇ, ਕਿਹੜਾ ਇਕੱਠ ਨੇ। ਪ੍ਰਭਾਵ ਉਹਨਾਂ ਨੇ ਪਾਇਆ, ਸੰਗਤ ਪਾੜ ਲਈ। ਪਰ ਜੋ ਪ੍ਰਚਾਰ ਕੀਤਾ ਗੁਰਮਤਿ ਦੇ ਖਿਲਾਫ ਕੀਤਾ, ਉਹ ਅਸਲ ਦੇ ਵਿੱਚ ਪ੍ਰਚਾਰ ਕਰਨੀ ਸੀ ਆਏ। ਹੰਕਾਰ ਨਾਲ ਹੰਕਾਰ ਟਕਰਾਇਆ ਸੀ, ਦੋ ਹੰਕਾਰ ਟਕਰਾਏ ਸੀ। ਉਹ ਟਕਰਾ ਦੀ ਲੜਾਈ ਸੀ, ਦੋਹਾਂ ਚ ਨਿਕਲ ਲੱਗੀ ਸੀ ਹੰਕਾਰ। ਜੇ ਹੰਕਾਰ ਨਾਲ ਲੜਦਾ ਹੈ ਤਾਂ ਸ਼ਕਤੀਸ਼ਾਲੀ ਹੰਕਾਰ ਜਿਹੜਾ ਦੂਏ ਨੂੰ ਕਮਜ਼ੋਰ ਕਰ ਦਿੰਦਾ। ਫਿਰ ਸੁਲ੍ਹਾ ਕਰ ਲਈ ਦੋਹਾਂ, ਅਕਾਲੀਆਂ ਨੂੰ ਸੁਲ੍ਹਾ ਕਰਨੀ ਪਈ ਹੈ ਨਾ। ਇਹ ਕਾਂਗਰਸ ਦਾ ਸਾਥ ਦਿੰਦੇ ਰਹੇ, ਅਕਾਲੀ ਜਾ ਕੇ ਇਹਨਾਂ ਨੂੰ ਮੱਥਾ ਟੇਕਣ ਲੱਗ ਗਏ, ਮਹਾਂਪੁਰਸ਼ ਕਹਿਣ ਲੱਗ ਗਏ, ਇਹ ਉਹਨਾਂ ਦੀ ਸਪੋਰਟ ਕਰਨ ਲੱਗ ਗਏ। ਉਹ ਮਹਾਂਪੁਰਸ਼ ਨੇ, ਉਹ ਗੁਰਮੁਖ ਬਣਾਤੇ ਇਹਨਾਂ ਨੇ, ਉਹ ਗੁਰਮੁਖ ਬਣਾਤੇ, ਗੁਰਮੁਖ ਬਣ ਗਏ। ਇਹ ਮੇਰੀ ਭੁਗਤ। ਉਹ ਇੱਕ ਜਿਵੇਂ ਰਾਮਚੰਦਰ ਦਾ ਗੁਰੂ ਹੈ, ਵੀ ਮੈਂ ਤੈਨੂੰ ਗੁਰੂ ਮੰਨ ਲੈਣਾ, ਤੂੰ ਮੈਨੂੰ ਚੱਕਰਵਰਤੀ ਰਾਜਾ ਅਵਤਾਰ ਮੰਨ ਲੈ, ਇਹ ਕੁਛ ਹੈਗਾ। ਅੰਮ੍ਰਿਤ ਪ੍ਰਭ ਨਾਮ, ਹਾਂਜੀ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ। ਇਹ ਤਾਂ ਹੋ ਗਿਆ ਇਹਦਾ, ਇਹਦੇ ਨਾਲ ਭਗਤ ਜਨਾਂ ਦਾ ਮਨ ਵਿਸ਼ਰਾਮ ਚਾਹੁੰਦਾ। ਹੁਣ ਪਿੱਛੇ ਤੋਂ ਅੱਗੇ ਨੂੰ ਜਾਣਾ, ਪਿੱਛੇ ਤੋਂ ਅੱਗੇ ਨੂੰ ਆਊਗਾ। ਹੁਣ ਉਹ ਪਹਿਲਾਂ ਦਾ ਜਿਹੜਾ ਹੈਗਾ ਦਿੱਤਾ ਹੋਇਆ ਆਪਾਂ ਨੇ 2 ਦਿਨ ਦਾ, ਉਹਦੇ ਨਾਲ ਤਾਂ ਮਿਲੂਗਾ। ਰੱਸੀ ਇੱਧਰੋਂ ਇੱਧਰੋਂ ਬੈਠੋ, ਹੁਣ ਉਹਨੇ ਰੱਸੀ ਖੋਲ ਕੇ
ਇਹ ਉਹਦੇ ਨਾਲ ਟਿਕਦਾ ਮਨ। ਹੁਣ ਅੱਗੇ ਫਿਰ ਹੈਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਠੀਕ ਹੈ। ਹੁਣ ਸਿਮਰਨ ਸੰਤ ਵੀ ਕਰਦੇ ਨੇ, ਉਹ ਕਹਿੰਦੇ ਸਿਮਰ ਸਿਮਰ ਸੁਖ ਪਾਵੋ। ਇਹਨਾਂ ਨੂੰ ਸੁੱਖ ਕਿਹਨੂੰ ਮਿਲਿਆ ਇਹ ਦੱਸੋ। ਸਿਮਰਦੇ ਵੀ ਨੇ, ਰੋਜ਼ ਸਿਮਰਦੇ ਨੇ, ਸੁੱਖ ਦੱਸਣ ਕਿਹਨੂੰ ਮਿਲਿਆ। ਉਹ ਸੁੱਖ ਦੀ ਗਾਹਾਂ ਗਿਆ ਕਾਲ ਕਲੇਸ਼ ਤਨ ਮਾਹੇ ਮਿਟਾਓ। ਉਹ ਜੇ ਮਿਟਿਆ ਉਹ ਸਾਬਤ ਕਰੋ। ਜੇ ਨਹੀਂ ਹੋਇਆ ਫਿਰ ਤੁਸੀਂ ਸੰਤ ਕਹੋਗੇ, ਕਿਉਂ ਤੁਸੀਂ ਆਦੇ ਜਿਹੜਾ ਸਿਮਰਨ ਡੁਪਲੀਕੇਟ ਦਾ ਪ੍ਰਚਾਰ ਕੀਤਾ। ਡੁਪਲੀਕੇਟ ਸਿਮਰਨ ਦਾ ਕਿਉਂ ਪ੍ਰਚਾਰ ਕੀਤਾ? ਅਪਰਾਧ ਕੀਤਾ। ਸੱਚਖੰਡ ਦੇ ਹਿਸਾਬ ਨਾਲ ਅਪਰਾਧ ਹੈ, ਗੁਰਬਾਣੀ ਦੇ ਹਿਸਾਬ ਨਾਲ ਅਪਰਾਧ ਹੈ। ਜੋ ਪਰਮੇਸ਼ਰ ਕਰ ਰਿਹਾ ਸਹੀ ਦਿਸ਼ਾ 'ਚ ਗਿਆਨ ਭਰਨਾ ਲੋਕਾਂ ਨੂੰ, ਤੁਸੀਂ ਉਲਟੀ ਦਿਸ਼ਾ ਵੱਲ ਲਿਜਾ ਕੇ ਦੂਏ ਇੱਧਰ ਨੂੰ ਆਣਾ ਜਾਣ, ਅਪਰਾਧ ਹੈ। ਖਿਲਾਫ ਖੜੇ ਹੋ ਸੱਚਖੰਡ ਦੇ। ਪਖੰਡਵਾਦ ਹੈ, ਪਖੰਡਵਾਦ ਹੈ। ਇਹ ਉਹ ਪਖੰਡਵਾਦ ਹੈ ਜਿਹੜਾ ਉੱਥੇ ਪ੍ਰਬੋਚਨ ਦਾ ਨਾਟਕ ਦੇ ਵਿੱਚ ਲਿਖਦਾ ਹੈ ਬਈ ਵਿਵੇਕ ਨੇ ਇਹ ਫੈਸਲਾ ਲਿਆ, ਵਿਵੇਕੀ ਨੇ ਇਹ ਫੈਸਲਾ ਲਿਆ ਕਿ ਆਪਾਂ ਸੰਸਾਰ 'ਚ ਜਿਹੜਾ ਇਹ ਨਹੀਂ ਨਾ ਦੂਈ ਟੀਮ ਹੈ ਜਿਹੜੀ ਪਾਪ ਦੀ, ਦੇਖੋ ਪੁੰਨ ਪਾਪ ਦੋਨੋਂ ਪਾਈ, ਦੋਹੋਂ ਮਿਲ ਕੇ ਸਿਸਟਮ ਪਾਈ। ਇੱਕ ਪਾਸੇ ਪਾਪ ਦਾ ਧੜਾ, ਇੱਕ ਪਾਸੇ ਪੁੰਨ ਦਾ ਧੜਾ। ਦੋਹਾਂ ਨੇ ਮਿਲ ਕੇ ਸਿਸਟ ਪੈਦਾ ਕੀਤੀ। ਅਸਲ 'ਚ ਇਹ ਹੋ ਨਹੀਂ ਸਕਦੀ। ਦੋ ਟੀਮਾਂ ਨੇ, ਇਹ ਆਪਾ ਵਿਰੋਧੀ ਨੇ। ਪਰਮੇਸ਼ਰ ਵਾਲੀ ਟੀਮ ਤਾਂ ਹੈਗੀ ਲੋਕਾਂ ਨੂੰ ਜਾਗਰੂਕ ਕਰਦੀ ਹੈ, ਅਸਲੀਅਤ ਦੱਸਦੀ ਹੈ। ਇਹਨੂੰ ਇਹਦੀ ਉਹ ਕਹਾਣੀ ਦੱਸਦੀ ਹੈ ਰਾਜਾ ਰਾਮ। ਰਾਜਾ ਰਾਮ ਹੈ ਨਾ, ਨਰਪਤੈ ਸਿੰਘਾਸਣ ਸੋਇਆ, ਇਹ ਉਹੀ ਆ। ਇਹਨੂੰ ਇਹਦੀ ਉਹ ਕਹਾਣੀ ਦੱਸਦੀ ਹੈ ਵੀ ਤੂੰ ਸੁਪਨਾ ਦੇਖਦਾ ਸੁੱਤਾ ਪਿਆ। ਕਿਸੇ ਦੀ ਕਹਾਣੀ ਨਹੀਂ ਹੈ, ਆਤਮ ਕਥਾ ਹੈ ਇਹ ਵੀ ਵਿਚਿੱਤਰ ਨਾਟਕ ਹੈ। ਦੇਖੋ ਨਾਟਕ ਹੈ, ਵਿਚਿੱਤਰ ਹੈ। ਵਿਚਿੱਤਰ ਉਹਨੂੰ ਕਹਿੰਦੇ ਨੇ ਜਿਹਦਾ ਚਿੱਤਰਣ ਨਹੀਂ ਕੀਤਾ ਜਾ ਸਕਦਾ, ਰੂਪ ਰੇਖ ਤੋਂ ਪਰੇ ਹੈ। ਰੂਪ ਪਰੇ ਹੈ ਰੇਖਾ ਤੋਂ, ਵਿਚਿੱਤਰ ਹੁੰਦਾ ਉਹ। विदाउट बिना चित्र के, जिसका चित्रण नहीं हो सकता वो विचित्र होता है। वो विचित्र नाटक दसम पातशाह का चित्रण नहीं किया जा सकता, समझाया जा सकता। चित्र जो बनाना है, ऐसे भी नहीं चित्र बनाने वाले, उन्हें गुरजीत भी है, वो भी बना दूंगा। ਉਹ ਇਹਨਾਂ ਸੰਤਾਂ ਦੀ ਕੈਟਾਗਰੀ ਦਾ ਹੀ ਆ, ਕਿਉਂਕਿ ਮਾਇਆ 'ਚ ਬਣਾ ਉਹਨਾਂ ਨੇ ਮਾਇਆ ਤੇ ਗਾਹਾਂ ਜਾ ਹੀ ਨਹੀਂ ਸਕਦੇ। ਮਾਇਆ ਤੇ ਅਟਕੇ ਪਏ ਨੇ। ਚਿੱਤਰ ਮਾਇਆ, ਅੱਖਾਂ ਤੋਂ ਗਾਹਾਂ ਅੰਦਰਲੀ ਅੱਖ ਤਾਂ ਉਹਨਾਂ ਦੀ ਖੁੱਲੇ ਨਹੀਂ ਨਾ ਸਕਦੀ। ਔਰ ਮਾਇਆ ਤੇ ਅੜ ਗਈ, ਮਾਇਆ ਤੇ ਅੱਖ ਉੱਥੇ ਅੜ ਗਈ, ਇਹ ਗੱਲ ਜਾਂਦੀ। ਉਹ ਪਿੱਛੇ ਨਹੀਂ ਮੁੜਦੀ ਅੱਖਾਂ ਤੋਂ ਨਿਗਾਹ ਉਹਨਾਂ ਦੀ, ਉਲਟੀ ਨਹੀਂ ਹੁੰਦੀ ਸਾਗਤ। ਉਹ ਬਾਹਰ ਨੂੰ ਝਾਕਦੇ ਨੇ, ਝਾਕਣਾ ਅੰਦਰ ਨੂੰ, ਅੰਦਰ ਨਹੀਂ ਝਾਕ ਸਕਦੇ ਉਹ ਆਪਣੇ। ਉਹਨਾਂ ਨੂੰ ਪਤਾ ਅੰਦਰ ਉਹਨਾਂ ਦਾ ਕੀ ਹੈ। ਉਹ ਨਹੀਂ ਉਹਨਾਂ ਨੂੰ ਚੰਗਾ ਲੱਗਦਾ ਜੋ ਉਹਨਾਂ ਦੇ ਅੰਦਰ ਹੈ। ਪਾਪ ਅੰਦਰ ਤਾਂ ਪਾਪੀ ਦਾ ਅੰਦਰ ਨੂੰ ਨਹੀਂ ਜਾਂਦਾ ਹੁੰਦਾ। ਮਨ ਅੰਦਰ ਨਹੀਂ ਖੋਜਦਾ ਹੁੰਦਾ, ਆਪਣਾ ਦ੍ਰਿਸ਼ਟੀ ਨਹੀਂ ਜਾਂਦੀ ਉਹਦੇ ਅੰਦਰ, ਤੇ ਉਹਨੂੰ ਡਰ ਲੱਗਦਾ ਅੰਦਰੋਂ। ਤਾਂ ਉਹਦੇ ਅੰਦਰ ਤਾਂ ਸਾਰਾ ਅਸਲਾ ਹੀ ਸੱਚਖੰਡ ਦੇ ਖਿਲਾਫ ਹੁੰਦਾ ਰੱਖਿਆ ਹੋਇਆ। ਬੜੇ ਅਪਰਾਧੀ ਹੁੰਦੇ ਨੇ, ਪਤਾ ਹੁੰਦਾ ਵੀ ਅਸੀਂ ਅਪਰਾਧੀ ਹਾਂ, ਕਿ ਤੁਹਾਨੂੰ ਪਤਾ ਨਹੀਂ ਹੁੰਦਾ। ਤੇ ਪਤਾ ਹੁੰਦਾ ਹੀ ਕਰਦੇ ਹੁੰਦੇ ਨੇ। ਸੰਤ ਵੀ ਪਤਾ ਹੁੰਦਾ ਹੀ ਕਰ ਰਹੇ ਨੇ। ਜਿਹਨੂੰ ਹੁਣ ਪਤਾ ਲੱਗ ਜੂ ਨਹੀਂ ਕਰੂਗਾ ਉਹਨੂੰ ਮੰਨੋਗੇ, ਇਹਨੂੰ ਕੋਈ ਪਤਾ ਨਹੀਂ ਸੀ। ਜੇ ਤਾਂ ਹੁਣ ਛੱਡ ਗਏ ਫਿਰ ਤਾਂ ਅਸੀਂ ਕਹਾਂਗੇ ਵੀ ਭਾਈ ਇਹਨਾਂ ਨੂੰ ਪਤਾ ਨਹੀਂ ਸੀ ਕਰਦੇ। ਅੱਜ ਜਿਹੜੇ ਇਹ ਜਿਹੇ ਨੂੰ ਆਪ ਛੱਡ ਵੀ ਜਾਣਗੇ, ਇਹ ਵੀ ਗੱਲ ਹੈ। ਜੇ ਤਾਂ ਉਹ ਪੋਜ਼ੀਟਿਵ ਨੇ ਤਾਂ ਸਾਡੇ ਨਾਲੇ ਨੇ, ਉਹਨਾਂ ਨਾਲ ਜੁੜਨਾ। ਕੰਮ ਤਾਂ ਇੱਕੋ ਹੀ ਉਹ ਕਰ ਰਹੇ, ਕੰਮ ਤਾਂ ਹੈ ਉਹ ਇੱਕ ਸਾਰਿਆਂ ਦਾ। ਸੰਤ ਕਰੇ ਚਾਹੇ ਸਾਧ ਕਰੇ, ਮੁਸਲਮਾਨ ਕਰੇ ਚਾਹੇ ਕੋਈ ਧਰਮ ਵਾਲਾ ਕਰੇ, ਕੰਮ ਤਾਂ ਇੱਕੋ ਹੀ ਹੈ ਸਭ ਨੂੰ ਕਰਨ। ਕੰਮ ਦੂਆ ਹੈ ਹੀ ਨਹੀਂ। ਲੜਾਈ ਤਾਂ ਹੋਵੇ ਜਾਂ ਦੂਆ ਕੰਮ ਹੋਵੇ, ਇੱਕੋ ਹੀ ਕੰਮ ਹੈ। ਲੋਕਾਂ ਅੰਦਰ ਸਬਰ, ਸੰਤੋਖ, ਸ਼ਾਂਤੀ, ਦੂਏ ਦਾ ਹੱਕ ਖਾਣਾ ਨਹੀਂ,
ਧੱਕਾ ਕਿਸੇ ਨੇ ਕਰਨਾ ਨਹੀਂ। ਜਿਹੜਾ ਧੱਕਾ ਕਰਦਾ ਉਹ ਸਾਰੇ ਖਿਲਾਫ ਹੋ ਜਾਣ। ਇਹ ਨਹੀਂ ਵੀ ਧੱਕਾ ਆਪੇ ਹਟ ਜੂ, ਨਹੀਂ ਨਹੀਂ, ਸਾਰੇ ਹੀ ਉਹਦੇ ਖਿਲਾਫ ਹੋ ਜਾਣ। ਧੱਕੇ ਦੀ ਗੱਲ ਕਰਨ ਵਾਲੇ ਤੇ ਜਿਵੇਂ ਅੱਗੇ ਪਿੰਡਾਂ ਦੇ ਪਿੰਡ ਹੋ ਜਾਂਦਾ ਸੀ ਖਿਲਾਫ, ਸੋਚ ਨਹੀਂ ਸਕਦਾ ਧੱਕੇ ਦੀ ਗੱਲ। ਦੂਜਾ ਨਹੀਂ ਏਕਤਾ ਹੋਵੇ ਵੀ ਇਹ ਬਦਮਾਸ਼ ਨੇ ਕਿਤੇ ਉੱਠ ਖੜੇ ਤਾਂ ਇਹ ਖਰਾਬ ਕਰ ਦੇਣਗੇ ਕੰਮ, ਧਰਮ ਦਾ ਨਾਸ਼ ਕਰ ਦੇਣਗੇ। ਧਰਮ ਦਾ ਨਾਸ਼ ਹੋਇਆ ਨਹੀਂ ਹੋਇਆ, ਹੁਣ ਇਹਨਾਂ ਨੇ ਕੀਤਾ। ਕੋਈ ਕਹਿੰਦਾ ਕਿਸੇ ਨੂੰ ਅਗਲਾ ਕਹਿੰਦਾ ਤੈਂ ਕੀ ਲੈਣਾ, ਤੈਂ ਕੀ ਲੈਣਾ ਧਰਮ ਤੋਂ, ਵੀ ਮੈਂ ਤਾਂ ਕੋ ਲੈਣਾ, ਤੈਂ ਵੀ ਕੀ ਲੈਣਾ। ਹਾਂਜੀ, ਹੁਣ ਆਪਾਂ ਪਿੱਛੇ ਆਈਏ, ਉਦੋਂ ਪਿੱਛੇ ਸੀ ਆਦ ਗੁਰੇ ਨਵੇਂ, ਜਿੱਥੋਂ ਇਹ ਗਿਆਨ ਆਇਆ ਹੈ, ਜਿੱਥੋਂ ਪਹਿਲਾਂ ਆਇਆ ਆਦ ਗੁਰੇ ਉਹ ਕਿੱਥੋਂ ਚੱਲਿਆ? ਇਹ ਚੱਲਿਆ ਹੁਕਮ ਦੇ ਸ਼ਬਦ ਦੇ ਰੂਪ ਦੇ ਵਿੱਚ ਸੱਚਖੰਡੋਂ। ਸੱਚਖੰਡ ਦੇ ਜਿੰਨੇ ਵੀ ਨੇ ਆਦ ਗੁਰੇ ਨੇ ਸਾਰੇ ਉਹ। ਇਹ ਐਂ ਕਹ ਲਓ ਜਿਹੜਾ ਆਦ ਦਾ ਗਿਆਨ ਹੈ ਪਹਿਲਾਂ ਸਹਿਜ ਵਿੱਚ ਹੋ ਕੇ ਜਿਹੜਾ ਉਹਨੇ ਸ੍ਰਿਸ਼ਟੀ ਰਚੀ ਸਭ ਕੁਝ ਕੀਤਾ, ਜਿਹੜਾ ਸਾਨੂੰ ਸਮਝਾ ਕੇ ਲੈ ਕੇ ਆਇਆ ਉਹੀ ਹੁਕਮ ਹੈ, ਉਹਦੇ ਵਿੱਚੋਂ ਹੀ ਹੈ। ਉਹਨੂੰ ਨਮਸਕਾਰ। ਆਦ ਸਰੂਪ ਹੈ ਜਿਹੜਾ ਗਿਆਨ ਦਾ, ਉਹਨੂੰ ਨਮਸਕਾਰ ਹੈ, ਉਹ ਮੱਖਣ ਹੈ। ਆ ਜਿਹੜਾ ਸਾਨੂੰ ਸਮਝ ਆ ਰਿਹਾ ਜਿਹੜਾ ਉਹ ਹੈ, ਉਹ ਚੇਤਨ ਹੈ। ਹੁਕਮ ਚੇਤਨ ਹੈ, ਜੜ ਨਹੀਂ ਹੈ। ਉਹ ਚੇਤਨ ਦੀ ਇੱਛਾ ਹੈ। ਚੇਤਨ ਦੀ ਇੱਛਾ ਜੜ ਨਹੀਂ ਹੁੰਦੀ। ਚੇਤਨ ਦੀ ਇੱਛਾ ਚੇਤਨ ਹੁੰਦੀ ਹੈ। ਜੜ ਵਿੱਚ ਕੋਈ ਇੱਛਾ ਹੀ ਨਹੀਂ ਹੁੰਦੀ। ਜੜ ਵਸਤੂ ਚ ਕੋਈ ਇੱਛਾ ਹੀ ਨਹੀਂ ਹੁੰਦੀ। ਇੱਛਾ ਹੀ ਚੇਤਨ ਦੀ ਹੁੰਦੀ ਹੈ। ਚੇਤਨ ਦਾ ਅੰਗ ਹੈ ਇੱਛਾ। ਇੱਛਾ ਕੀ ਚੀਜ਼ ਹੈ? ਜੇ ਪਾਣੀ ਦੀ ਲਹਿਰ ਉੱਠਦੀ ਹੈ, ਲਹਿਰ ਪਾਣੀ ਦਾ ਅੰਗ ਹੈ। ਪਾਣੀ ਉਹ ਹੈ जो पानी संग पानी। जैसे जल में लहर उदत, जल केवल जल माही। जल दे विच जले हो। आकाश एक है साडा, आकाश दे विच लहर पैदा हो जाए दूए जेड़े घर च भेजनी हुंदी है लहर, उत्थे मैसेज चलेगा क्या है। ओके तार नहीं करते टिक टिक टिक, और टिक टिक की आवाज आनी। और की होना, वो भाषा असीं जानते हैं, वो असल साडी भाषा भेज दिंदे। वो समझाउण वाली गल है। मतलब है चेतन है। वो चेतन की है? पत्ते पए ने ताश दे सारे ही साडे कोल, गुण साडे कोल सारे ही ने। ਜਿਹੜੇ ਮੂਧੇ ਹੋਏ ਨੇ ਪੱਤੇ, ਉਹਨਾਂ ਦਾ ਸਾਨੂੰ ਗਿਆਨ ਨਹੀਂ ਹੈ ਕਿ ਕੀ ਹੈ। ਸਿੱਕੀ ਅਗੇ ਚਾਹੂਗੀ ਉੱਥੇ ਭਰਮ ਹੈ ਉਹਨਾਂ ਪੱਤਿਆਂ ਦਾ। ਤਾਂ ਗਿਆਨ ਕੀ ਆਉਂਦੀ ਹੈ, ਸਾਰੇ ਸਿੱਧੇ ਹੋਈ ਜਾਂਦੇ ਨੇ। ਤਾਂ ਸਿੱਧਾ ਹੋ ਕੇ ਪਤਾ ਲੱਗ ਗਿਆ ਵੀ ਕੀ ਹੈ। ਪੁੱਠੇ ਪੱਤੇ ਸਿੱਧੇ ਪੱਤੇ ਦੀ ਗੱਲ ਹੋਰ ਕੀ ਆ। ਪੱਤੇ ਹੀ ਸਿੱਧੇ ਹੋ ਰਹੇ ਨੇ, ਬਾਕੀਆਂ ਤੇ ਪੱਤੇ ਤਾਂ ਅੰਦਰ ਨੇ, ਬਾਹਰੋਂ ਆਉਂਦਾ ਕੁਛ। ਅੰਦਰਲੇ ਪੱਤਾ ਸਿੱਧਾ ਹੁੰਦਾ, ਸਾਰਾ ਕੁਛ ਅੰਦਰ। ਪੱਤੇ ਪੁੱਠੇ ਔਰ ਸਿੱਧਿਆਂ ਦੀ ਗੱਲ ਹੈ। ਸਭ ਪੱਤੇ ਸਭ ਦੇ ਖਜ਼ਾਨਾ ਤਾਂ ਹੀ ਤਾਂ ਖੋਲ ਦਿੱਤਾ। ਖਜ਼ਾਨੇ 'ਚ ਪੱਤੇ ਹੀ ਤਾਂ ਹੋਰ ਕੀ ਹੈ। ਉਹ ਗੁਣੇ ਨੇ, ਪੁੱਠੇ ਨੇ ਗੁਣ, ਸਿੱਧੇ ਕਰ ਲੈਣੇ ਨੇ। ਤਵਾ ਪੁੱਠਾ ਕਰਕੇ ਰੱਖਦੇ, ਰੋਟੀ ਪਕਾ ਲੈਣਾ। ਲੱਗਦਾ ਵੀ ਡਰ ਹੈ ਵੀ ਕਾਂਡ ਲੱਗ ਜੂ, ਰੋਟੀ ਸਿੱਧਾ ਗੱਲ ਹੈ। ਰੋਟੀ ਪਕ ਗਈ, ਪੁੱਠਾ ਸਿੱਧਾ ਹੀ ਹੈ। ਉਹ ਪੁੱਠਾ ਤਵਾ ਉਗਣਾ, ਸਿੱਧਾ ਤਵਾ ਉਗਣਾ। ਪੁੱਠੇ ਤਵੇ ਉਗਣ ਨਹੀਂ, ਕੱਪੜੇ ਕਾਲੇ ਕਰ ਦੂਗਾ। ਭਗਵਾਨ ਕਾਲਾ ਹੀ ਆ, ਇੱਕ ਪਾਸਾ ਕਾਲਾ ਹੈਗਾ। ਉਹ ਕਾਲਾ ਕੀਤਾ ਅੱਗ ਨੇ, ਰੇਸ਼ਮਾਂ ਦੀ ਅੱਗ ਨੇ। ਆ ਵੀ ਅੱਗੇ ਤੇਰੀ, ਉਹ ਵੀ ਅੱਗ ਹੈ। ਫੇਰ ਨਹੀਂ ਸਮਝਦਾ, ਸੋਚਿਆ ਮਾਰੀ ਜਾਂਦਾ। ਕਿਹੜੀ ਔਖੀ ਗੱਲ ਹੈ। ਉਹ ਆਪੇ ਸਮਝ ਆ ਜਾਂਦੀ ਹੈ। ਜੇ ਆਪਣਾ ਅਕਲ ਤੇ ਕੰਮ ਲਵੇ, ਅਕਲ ਤੇ ਕੰਮ ਲੈਣਾ ਨਹੀਂ, ਮੇਰਾ ਮਗਜ ਖਾਈ ਜਾਣਾ। ਇਹ ਪੁੱਠੀ ਮਾਲਾ ਜਦ ਉਧਰ ਲੱਗਿਆ ਫਿਰ ਉਧੜੀ ਆਉਂਦੀ ਹੈ। ਸਭ ਕੁਛ ਤੁਹਾਡੇ ਸਾਹਮਣੇ। ਕੁਛ ਵੀ ਐਸੀ ਚੀਜ਼ ਨਹੀਂ ਜਿਹੜੀ ਲੁਕੀ ਹੋਈ ਹੈ। ਉਸ ਗੁਰਦੇਵ ਨੂੰ ਨਮਸਕਾਰ ਹੈ ਜਿਹਨੇ ਗਿਆਨ ਇੱਥੇ ਫੂਕ ਮਾਰ ਕੇ ਸੰਸਾਰ ਪੈਦਾ ਕਰਤਾ, ਸਾਨੂੰ ਜਗਾ ਰਿਹਾ ਸੁੱਤਿਆਂ ਨੂੰ। ਉਹ ਫੁਰਨੇ ਨੂੰ ਨਮਸਕਾਰ ਹੈ। ਜਦੋਂ ਉਹਨੇ ਸਹਿਜ ਵਿੱਚ ਹੋ ਕੇ ਫੁਰਨਾ ਲਿਆ ਕਿ ਮੈਂ ਸੁੱਤਿਆਂ ਨੂੰ ਜਗਾਉਣ ਦਾ ਕੰਮ ਪਰਉਪਕਾਰ ਫੇਰ ਸ਼ੁਰੂ ਕਰਾਂ।
ਸਾਰਿਆਂ ਨੇ ਲਿਆ ਫੈਸਲਾ, ਜਿਹੜੇ ਜਾਗੇ ਹੋਏ ਸੀ। ਜਿਹੜੇ ਜਾਗੇ ਹੋਏ ਹੁੰਦੇ ਨੇ ਉਹ ਪੂਰਨ ਜਾਗ ਜਾਂਦੇ ਨੇ। ਜਿਹੜੇ ਸੁਪਨੇ ਵਾਲੇ ਹੁੰਦੇ ਨੇ, ਸੁਪਨਾ ਨਹੀਂ ਰਹਿੰਦੇ ਹੁੰਦੇ, ਉਹਨਾਂ ਦੇ ਸੁਪਨੇ ਫਿਰ ਸ਼ੁਰੂ ਹੋ ਜਾਂਦੇ ਨੇ। ਬਸ ਸੁਣਨ ਸਮਾਜ 'ਚ ਕੰਮ ਬੰਦ ਹੁੰਦਾ, ਸਮਾਂ ਨਹੀਂ ਹੁੰਦਾ। ਉੱਥੇ ਚੇਤਨਾ ਨਹੀਂ ਕੰਮ ਕਰਦੀ, ਬੁੱਧੀ ਬੰਦ ਹੈ। ਇਸ ਕਰਕੇ ਅਰਬਦ ਨਾਲੋਂ ਤੰਦੂਕਰ ਹੈ, ਸੁੱਤਾ ਹੀ ਪਿਆ, ਬੇਹੋਸ਼ ਹੈ। ਕਿੰਨਾ ਚਿਰ ਹੋ ਗਿਆ ਕੋਈ ਪਤਾ ਨਹੀਂ, ਕਿੱਥੇ ਸੀਗਾ ਕੋਈ ਪਤਾ ਨਹੀਂ, ਕਿੱਥੇ ਗਏ ਤਾਂ ਕੋਈ ਪਤਾ ਨਹੀਂ, ਕਿੱਥੇ ਰਹੇ ਕੋਈ ਪਤਾ ਨਹੀਂ। ਸਹੀ ਨਹੀਂ ਕਿਸੇ ਗੱਲ ਦਾ, ਸੁੱਤੇ ਦਾ ਉਹ ਤੰਦੂਕਰ ਆਈ ਹੈ। ਫਿਰ ਉਹਦੇ ਬਾਰੇ ਕੁਛ ਨਹੀਂ ਦੱਸਿਆ ਜਾ ਸਕਦਾ। ਸਾਡੇ ਆਪਣੇ ਅੰਦਰ ਇਹ ਤੰਦੂਕਰ ਹੈ, ਆਵੇ ਪਤਾ ਨਹੀਂ। ਜਦੋਂ ਸਹਿਜ ਵਿੱਚ ਜਾਗਿਆ, ਉਹਨੇ ਕਿਹਾ ਉਹ ਹੋਲਾ ਆਹ ਕੰਮ ਛੱਡ ਕੇ ਆਪਾਂ ਸੁੱਤੇ ਤੇ ਚਲੋ ਬਈ ਕੰਮ ਲੱਗੀਏ ਫਟਾਫਟ, ਚਲੋ ਸਿੱਟੀ ਫੇ ਪੈਦਾ ਕਰੀਏ, ਉਹਨੂੰ ਜਗਾਈਏ। ਸਿੱਟੀ ਫੇ ਚੱਲ ਪਈ ਉੱਥੇ ਹੀ, ਸੁੱਤੇ ਹੀ ਤੇ। ਜਬ ਉਤ ਕਰਕ ਕਰਾ ਕਰਤਾਰਾ, ਪ੍ਰਜਾਤਾ ਦੇਹ ਅਪਾਰਾ, ਜਬ ਕਰਕ ਕਰ ਤੋ ਕਮੂ ਤੁਮ ਮੈਂ ਮਿਲਤ ਦੇ। ਐਵੇਂ ਦਾ ਐਵੇਂ ਸੰਸਾਰ ਫਰਿਜ ਵਿੱਚ ਲੱਗ ਜਾਂਦਾ ਹੈ, ਕੁਛ ਵੀ ਖਰਾਬ ਨਹੀਂ ਹੁੰਦਾ। ਬਰਫ 'ਚ ਕੋਈ ਖਰਾਬ ਹੁੰਦਾ? ਜਾਂ ਜਾਗਦਾ ਫਿਰ ਚੱਲ ਪੈਂਦਾ। ਉਹ ਆਪਣੇ ਅੰਦਰ ਲੈ ਲੈਂਦਾ ਨਾ, ਅੰਦਰ ਆ ਦੇ। ਇਹ ਤਾਂ ਖਰਾਬ ਇਹਨਾਂ ਨੂੰ, ਇਹਨਾਂ ਦੀ ਕਲਪਨਾ ਕਰਦੀ ਹੈ। ਕਲਪਨਾ ਬੰਦ ਹੋ ਜਾਂਦੀ, ਹੁਕਮਨ ਹੋ ਜਾਂਦੀ ਹੈ। ਤੇਜ ਕਿਸੇ 'ਚ ਰਹਿੰਦਾ ਹੀ ਨਹੀਂ, ਸਦਾ ਹੀ ਸੂਤ ਰਹਿੰਦਾ। ਐਂ ਕਹਿ ਲਓ ਟੀਕੇ ਐਸੇ ਲਾਉਂਦੇ ਨੇ ਇਹਨਾਂ ਨੂੰ, ਨਜ਼ਰ ਆਪ ਉਹਨਾਂ ਨੇ ਆਰਾਮ ਕਰਨਾ ਹੁੰਦਾ, ਇਹਨਾਂ ਦੇ ਟੀਕੇ ਲਾ ਦਿੰਦੇ ਮਾਇਆ ਦੇ, ਸੁੱਤੇ ਰਹੋ। ਜੋ ਡਾਕਟਰ ਮਰੀਜ਼ ਦਾ ਲਾਉਂਦਾ ਟੀਕੇ, ਉਹਨਾਂ ਜਿਹੜੇ ਆਰਾਮ ਕਰ ਲੈਂਦੇ ਨੇ। ਜਾਂ ਡਾਕਟਰ ਆਰਾਮ ਕਰਕੇ ਉੱਠਦਾ, ਫਿਰ ਮਰੀਜ਼ ਨੇ ਵੀ ਥੋੜਾ ਚਿਰ ਬਾਅਦ ਨਸ਼ਾ ਲੈ ਜਾਣਾ ਹੁੰਦਾ, ਉਹ ਵੀ ਉੱਠ ਖੜਦਾ। ਨਹੀਂ ਤਾਂ ਦੂਆ ਟੀਕਾ ਲਾ ਕੇ ਠਾਲ ਲੈਂਦਾ। ਉਹਨੂੰ ਪਤਾ ਹੈ ਵੀ ਠਾਲਣਾ ਕਿਵੇਂ, ਉਹਨੂੰ ਕਿਵੇਂ। ਜਦ ਉਹ ਕਰਕ ਕਰਾ ਕਰਤਾਰਾ, ਜਾਂ ਉਹ ਸਮੇਟ ਰਹਿੰਦਾ ਆਪਣੇ ਅੰਦਰ ਹੀ। ਜਿਵੇਂ ਕੋਈ ਚੀਜ਼, ਇੱਕ ਪਾਣੀ ਦੇ ਵਿੱਚ ਮੱਛੀਆਂ ਚਾਰ ਨਿਕਲਣੀਆਂ, ਕਿਸੇ ਨੇ ਪਾਣੀ ਬਾਹਰ ਕੱਢਿਆ, ਚਾਰੇ ਮੱਛੀਆਂ ਫਿਰ ਬਾਹਰ ਆ ਗਈਆਂ। ਕਰਦੇ ਤੁਹਾਡੇ ਸਾਹਮਣੇ, ਕਰਦੇ ਨਹੀਂ ਲੋਕ। ਐ ਅੰਦਰੇ ਲੈ ਗਿਆ, ਐਵੇਂ ਅੰਦਰੋਂ ਹੀ ਬਾਹਰ ਕੱਢਤਾ। ਜਬ ਉਤ ਕਰਕ ਕਰਾ ਕਰਤਾਰਾ, ਪਰਜਾ ਤਾ ਦੇਹ ਅਪਾਰਾ। ਜਦੋਂ ਸਹਿਜ ਵਿੱਚ ਆਇਆ ਤਾਂ ਨਾ, ਉਦੋਂ ਉਦ ਕਰਕ ਕਰਤਾ ਵੀ ਚਲੋ ਵੀ ਆਹ ਕੰਮ ਕਰੀਏ, ਸਾਰੇ ਬਾਹਰ ਫੇਰ ਕੱਢਦੇ। ਉੱਥੇ ਹੀ ਜਗਾਉਣਾ ਫੇਰ ਸ਼ੁਰੂ ਕਰਤਾ। ਉਵੇਂ ਜਿਹੜੀ ਸੀੜੀ ਤੇ ਕੋਈ ਸੁੱਤਾ ਸੀ, ਉਸੇ ਸੀੜੀ ਤੋਂ ਉੱਠਿਆ। ਜਿਹੜੀ ਜੂਨੀ ਸੀ ਉਹ ਜੂਨੀ ਉਵੇਂ ਹੀ ਉੱਠ ਖੜਿਆ। ਜਿਹੜਾ ਤ੍ਰੇਤੇ ਸੀ ਉਹ ਤ੍ਰੇਤਾ, ਦੁਆਪਰ ਵਾਲਾ ਦੁਆਪਰ ਚ, ਕਲਯੁਗ ਵਾਲਾ ਕਲਯੁਗ। ਹਰਨ ਭਰਨ ਜਾ ਕੇ ਨੇਤਰ ਫੋੜ, ਵਾਹ ਹਰਨ ਭਰਨ ਅੱਖ ਦੇ ਝਮਕੇ ਚ ਇਹੀ ਪਤਾ ਲੱਗਿਆ ਵੀ ਹੁਣੇ ਸੁੱਤੇ ਤੇ ਹੁਣੇ ਉੱਠ ਖੜੇ। ਇਹ ਨਹੀਂ ਪਤਾ ਕਿੰਨਾ ਚਿਰ ਬਾਅਦ, ਟਾਈਮ ਕਿੰਨਾ ਹੋਇਆ ਸੁੱਤਿਆਂ ਨੂੰ, ਇਹ ਨਹੀਂ ਦੱਸਦੇ। ਸਾਡੇ ਕੋਲ ਘੜੀਆਂ ਨਹੀਂ ਦੱਸ ਦਿੰਦੇ। ਜੇ ਘੜੀਆਂ ਨਾਲ ਪਤਾ ਲੱਗ ਜਾਊਗਾ, ਘੜੀਆਂ ਦੇਖ ਲੈਂਦੇ ਹਾਂ, ਜਾਂ ਚੰਦ ਸੂਰਜ ਦੇਖ ਲੈਂਦੇ ਹਾਂ, ਤਾਰੇ ਦੇਖ ਲੈਂਦੇ ਹਾਂ। ਜੇ ਕੁਛ ਬਣਾਓਗੇ ਫਿਰ ਕੀ ਕਰੀਏ? ਉਹ ਤਾਂ ਕੁਛ ਹੈ ਨਹੀਂ, ਬਾਅਦ ਚ ਬਣਿਆ ਸਭ ਕੁਛ। ਜਦ ਬਣ ਗਿਆ ਸਭ ਕੁਝ, ਫਿਰ ਝੁਕਾ ਬੁਰੇ ਨੂੰ ਮੈਂ, ਫਿਰ ਤਾਂ ਝੁਕਾ, ਫਿਰ ਤਾਂ ਸਮਾਂ ਨਾਪਣ ਲੱਗ ਗਏ ਚੰਦ ਸੂਰਜ ਦੇਖ ਕੇ, ਜਿਵੇਂ ਆਪਾਂ ਨਾਪਦੇ ਹਾਂ। ਜਦ ਤੇ ਸਮੇਂ ਦਾ ਗਿਆਨ ਹੋ ਗਿਆ ਨਾ, ਨਾਪਣ ਦਾ, ਮਾਇਆ ਹੋ ਗਈ, ਮਾਇਆ ਦਾ ਸਮਾਂ ਨਾਪਿਆ ਜਾਂਦਾ। ਫਿਰ ਉਹਨੂੰ ਜੁਗਾਦ ਸੱਚ ਕਹਿੰਦੇ, ਜੁਗ ਸ਼ੁਰੂ ਹੋ, ਮਾਇਆ ਚੱਲ ਪਈ। ਸਜੋਗ ਹੋ ਗਿਆ ਜੀਵਨ, ਜੀਵਨ ਦੇ ਉੱਤੇ ਜੁਗ ਲੱਗਣੇ। ਤਿੰਨੇ ਜੁਗ ਜੀਵਨ ਦੇ ਹੀ ਲੱਗਣੇ। ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੁਗਾਦ ਸੱਚ ਹੈ ਜਿਹੜਾ, ਉਹ ਜੁਗਾਦ ਗੁਰੇ ਨੂੰ ਹੈ। ਜੁਗਾਦ ਵਾਲਾ ਜਿਹੜਾ ਗਿਆਨ ਹੈ, ਉਹਨੂੰ ਵੀ ਨਮਸਕਾਰ। ਜੁਗਾਦ ਵਾਲੀ ਅਵਸਥਾ ਜਿਹੜੀ ਹੈਗੀ ਬ੍ਰਹਮ ਦੀ, ਯਾਨੀ ਤ੍ਰੇਤੇ ਦੀ ਜਿਹੜੀ ਅਵਸਥਾ ਹੈ, ਜੁਗਾਦ ਹੈ। ਯੁੱਗ ਸ਼ੁਰੂ ਹੋਇਆ ਨਾ ਉੱਥੋਂ, ਤ੍ਰੇਤੇ ਤੋਂ ਸ਼ੁਰੂ ਹੁੰਦਾ ਯੁੱਗ। ਕਲਯੁੱਗ ਤੇ ਅੱਗ ਤਾਂ ਐਂਡ ਹੁੰਦਾ। ਕਲਯੁੱਗ ਤੇ ਬਾਅਦ ਤ੍ਰੇਤੇ ਜਾਣਾ। ਚੱਕਰ ਤਾਂ ਹੀ ਬਣਨਾ, ਪਹਿਲਾਂ ਉੱਥੋਂ ਹੀ ਆਇਆ ਨਾ, ਭਰਮ ਦੇ ਅੰਡੇ ਤੋਂ ਹੀ ਆਇਆ ਨਾ। ਭਰਮ ਸੀ ਜਾਂ ਸਰੀਰ ਤਾਂ ਥੀ ਉਹਦੀ, ਸਰੀਰ ਤਾਂ ਘਰ ਵਿੱਚ ਲਿਆ। ਉਦੋਂ
ਤੋਂ ਪਹਿਲਾਂ ਨਿਰਾਕਾਰੀ ਸਰੀਰ ਇੱਕ ਹੈ। ਗਰਭ ਚੱਕ ਕੇ ਸਰੀਰ ਤਿੰਨ ਹੋ ਗਏ। ਮਾਂ ਦੇ ਸਰੀਰ ਦੇ ਅੰਦਰ ਆਪਣਾ ਸਰੀਰ ਬਣ ਰਿਹਾ, ਸਰੀਰ ਤਿੰਨ ਹੋ ਗਏ। ਤਾਂ ਮਾਂ ਦਾ ਸਰੀਰ ਉਹਦੇ ਅੰਦਰ ਹੈ, ਉਹ ਲੋਕ ਹੈ, ਆਲੋਕ ਬਾਲਾ ਹੈ ਜੀ। ਉੱਥੇ ਬਿਨਾਂ ਸਾਹ ਤੇ ਜਿਉਣਾ ਪਊਗਾ, ਇੱਥੇ ਸਾਹ ਨਾਲ ਜਿਊਗਾ। ਅੱਡ ਹੈ ਉਹ, ਦੋਗੇ ਅੱਡ ਹੈ ਉਹ ਬਣਿਆ ਹੋਇਆ। ਉੱਥੇ ਗੜ ਨਹੀਂ ਰਿਹਾ, ਪਾਣੀ ਨਹੀਂ ਗੜ ਰਿਹਾ, ਉੱਥੇ ਪਾਣੀ ਦੇ ਵਿੱਚ ਹੈ, ਸਰੀਰ ਗੜ ਨਹੀਂ ਰਿਹਾ। ਹੁਣ ਪਾਣੀ ਥੱਲੇ ਦੇਖ ਲਓ, ਦੂਏ ਤੀਏ ਦਿਨ ਗੜ ਜਾਂਦਾ। ਹੁਣ ਕਦੇ ਗੜਦਾ, ਉੱਥੇ ਕਿਉਂ ਨਹੀਂ ਸੀ ਗਲਦਾ? ਉੱਥੇ ਨਿਯਮ ਹੋਰ ਨੇ, ਉੱਥੇ ਤਾਂ ਕਾਨੂੰਨ ਹੋਰ, ਉੱਥੇ ਦੀ ਕੁਦਰਤ ਹੋਰ ਹੈ, ਉੱਥੇ ਹੁਕਮ ਹੋਰ, ਉੱਥੇ ਕਲਾ ਹੋਰ ਹੈ। ਇਸ ਕਰਕੇ ਉੱਥੇ ਤਪ ਕਰਦਾ ਹੈ। ਤਪ ਵਾਲਾ ਜਿਹੜਾ ਹੈ ਸ਼ਕਤੀ, ਉੱਥੇ ਉਹ ਕੰਮ ਕਰਦੀ ਹੈ ਜੀ। ਉਸੇ ਨੂੰ ਵੀ ਸੁੰਦਰਨਾਥ ਦੀ ਕਥਾ ਨਾਲ ਜੋੜਿਆ ਹੈ ਇਸੇ ਗੱਲ ਨੂੰ। ਮੱਛੀ ਦੇ ਪੇਟ ਚੋਂ ਸੀ ਨਿਸ਼ੰਦਰ ਪੈਦਾ ਹੋਇਆ, ਉਹ ਕਿਤੇ ਤੇਰੀ ਗੱਲ ਹੈ। ਪਾਣੀ ਹੈ, ਮੱਛੀ ਦੇ ਪੇਟ ਚੋਂ ਨਿਸ਼ੰਦਰ ਨਾਲ ਨਿਕਲਿਆ ਹੈ, ਉਹ ਗੱਲ ਗਿਆਨ ਦੀ ਹੋਈ ਹੈ ਉਹ ਵੀ। ਪਰ ਬੁੱਝਣ ਵਾਲਾ ਉਹ ਤਾਂ ਜਿਵੇਂ ਕਬੀਰ ਕਹਿੰਦਾ ਰਾਜਾ ਰਾਮ ਕੱਕੜੀਆਂ ਬੜੇ ਪਕਾਏ, ਕਿਨ ਬੁੱਝਣ ਵਾਲੇ ਖਾਏ। ਉਹ ਤਾਂ ਇਹ ਜਿਹੀਆਂ ਗੱਲਾਂ ਕੱਕੜੀਆਂ ਬੜੇ ਪਕਾ ਕੇ ਦੱਸੀਆਂ ਹੋਈਆਂ ਨੇ, ਬੁੱਝਣ ਵਾਲਾ ਸਮਝ ਲੈਂਦਾ ਵੀ ਗੱਲ ਤਾਂ ਹੈ। ਇਹ ਸਭ ਬੁਝਾਰਤਾਂ ਨੇ, ਬ੍ਰਹਮ ਗਿਆਨ ਦੀਆਂ ਨੇ। ਜਦੋਂ ਉਸ ਵਕਤ ਜਾਂਦਾ ਫਿਰ ਬੁੱਝ ਲੈਂਦਾ ਕਿੱਥੇ ਮਿਲਦੀ ਹੈ ਗੱਲ। ਜਿਵੇਂ ਜਿਵੇਂ ਸਭ ਕੁਝ ਸੁਣਦਾ ਜਾਂਦਾ, ਉਹ ਜਿਹੜਾ ਖਿਆਲ ਸੀ ਵੀ ਜਗਾਈਏ, ਜਿਹਦੇ ਕੋਲ ਜਗਾਉਣ ਦੀ ਸ਼ਕਤੀ ਸੀ, ਜਿਹੜਾ ਉਹਦਾ ਗਿਆਨ ਹੈ, ਜਿਹਦੇ ਹੌਸਲੇ ਨਾਲ ਉਹਨੇ ਕਹਿਤਾ ਵੀ ਜਗਾਈਏ ਸੁੱਤਿਆਂ ਨੂੰ, ਉਹਨੂੰ ਵੀ ਨਮਸਕਾਰ ਆ। ਮੇਰੇ ਨੂੰ ਵੱਡਾ, ਮੈਂ ਤਾਂ ਜਾਗਿਆ, ਮੈਂ ਤਾਂ ਜਾਗ ਕੇ ਬੋਲਦਾ। ਜਿਹਨੇ ਮੈਨੂੰ ਜਗਾਇਆ ਉਹਨੂੰ ਨਮਸਕਾਰ। ਉਦੋਂ ਪਹਿਲਾਂ ਉਹ ਸੁਣਨ ਸੀ, ਜਿਹਨੇ ਉਹਨੂੰ ਜਗਾਇਆ ਉਹਨੂੰ ਨਮਸਕਾਰ। ਉਹ ਵੀ ਸੁੱਤਾ ਸੀ ਪਹਿਲਾਂ, ਤਾਂ ਉਹ ਜਗਾਇਆ ਆਦਿਗੁਰੂ ਨੇ, ਇਹਨੂੰ ਜਗਾਇਆ। ਉਹਦੇ ਮਨ ਨੂੰ, ਉਹਦੇ ਅੰਦਰ ਇੱਛਾ ਪੈਦਾ ਹੋਈ, ਮਨ ਦੇ ਅੰਦਰ ਉਹਦੇ ਚਿੱਤ ਨੂੰ ਨਮਸਕਾਰ ਹੈ, ਫਿਰ ਉਹਦੇ ਮਨ ਨੂੰ ਵੀ ਨਮਸਕਾਰ ਹੈ। ਤ੍ਰੇਤਾ ਮਨ ਹੈ ਰੂਪ, ਮਨੂ ਅਵਤਾਰ ਹੈ ਤ੍ਰੇਤੇ ਦਾ, ਸਤਿਯੁਗ ਦਾ ਅਵਤਾਰ ਹੈ। ਰਾਮ ਸਤਿਯੁਗ ਦਾ ਅਵਤਾਰ, ਸਤਿਯੁਗ ਦਾ ਅਵਤਾਰ ਹੈ ਰਾਮ। ਸਤਿਯੁਗ ਜੀਵ ਹੈ ਜੀਵ, ਅਸਲੀ ਰਾਮ ਹੈ ਜਿਹੜਾ। ਇਹਨਾਂ ਵਾਲਾ ਰਾਮ ਤ੍ਰੇਤੇ ਦਾ, ਜਿਹੜਾ ਚਿੱਤ ਹੈ, ਚਿੱਤ ਕੀ ਇੱਛਾ ਰੱਖਦਾ ਹੈ, ਉਹ ਰਾਮ ਸਤਿਯੁਗ ਹੀ ਹੈ। ਜਿਹੜਾ ਮਨ ਕੀ ਇੱਛਾ ਰੱਖਦਾ ਉਹ ਤ੍ਰੇਤੇ, ਪੇੜ ਦਾ ਤ੍ਰੇਤੇ ਚਾਹੀਏ ਤ੍ਰਿਤੀ में। ਇਸ ਕਰਕੇ ਰਾਮ ਅਵਤਾਰ ਨੂੰ ਅਵਤਾਰੂ ਮੰਨਿਆ, ਅਵਤਾਰ ਨਹੀਂ ਮੰਨਿਆ। ਅਵਤਾਰ ਉਹ ਹੈ ਜਿਹੜਾ ਸਤਿਯੁਗ ਚ ਹੋਇਆ, ਉਹ ਅਵਤਾਰ ਹੈ, ਸਤਿਯੁਗ ਚ ਪ੍ਰਗਟ ਹੋਇਆ। ਜਿਹੜਾ ਸੱਚ ਦੇ ਗਿਆਨ ਨਾਲ ਪ੍ਰਗਟ ਹੋਇਆ ਉਹ ਅਵਤਾਰ ਹੈ। ਜਿਹੜਾ ਝੂਠ ਦੇ ਗਿਆਨ ਨਾਲ ਸੰਸਾਰ ਚ ਪ੍ਰਗਟ ਹੋਇਆ, ਮਸ਼ਹੂਰ ਹੋਇਆ, ਪ੍ਰਗਟ ਦਾ ਮਤਲਬ ਮਸ਼ਹੂਰ ਹੋਣਾ। ਜਿਹੜਾ ਸੱਚ ਨੂੰ ਦਬਾ ਕੇ ਮਸ਼ਹੂਰ ਹੋਇਆ ਉਹ ਤ੍ਰੇਤੇ ਦਾ ਅਵਤਾਰ ਹੋਊਗਾ, ਸਤਿਯੁਗ ਦਾ ਨਹੀਂ ਹੋ ਸਕਦਾ। ਉੱਥੇ ਤੇੜ ਰਹੂਗੀ। ਤ੍ਰਿਤੀਏ में ਕੁਛ ਪਿਆ, ਦੋਹਾਂ ਚ ਤੇੜਾ। ਅੰਦਰ ਆਰਾਮ ਨਹੀਂ ਉਹ ਗੱਲ ਮੰਨਦਾ ਬਾਹਰਲੇ ਦੀ। ਬਾਹਰਲਾ ਆਪਣੇ ਨੂੰ ਰਾਮ ਕਹਿੰਦਾ ਹੈ, ਰਾਮ ਹੈ ਨਹੀਂ, ਉਹ ਕ੍ਰਿਸ਼ਨ ਹੈ। ਰਾਮ ਤਾਂ ਅੰਦਰ ਹੈ। ਆਤਮ ਨੂੰ ਰਾਮ ਪਛਾਣ, ਤੇਰਾ ਮੂਲ ਰਾਮ ਹੈ। ਇਹ ਗੱਲ ਤੇ ਜ਼ੋਰ ਤਾਂ ਦਿੱਤੀ ਹੈ, ਰਾਮਚੰਦਰ ਦੇ ਖਿਲਾਫ ਹੈ ਗੱਲ। ਜਦੋਂ ਕਹਿੰਦਾ ਆਤਮ ਰਾਮ ਲਿਓ ਪ੍ਰਵਾਨ, ਤੂੰ ਆਪਣੇ ਆਤਮ ਰਾਮ ਨੂੰ ਹੀ ਰਾਮ ਮੰਨ ਲੈ, ਆਤਮ ਨੂੰ ਹੀ ਰਾਮ ਮੰਨ ਲੈ, ਤੇ ਫਿਰ ਮੂਰਤੀ ਕਿੱਥੇ ਗਈ? ਉਹ ਰਾਮ ਨੂੰ ਤਾਂ ਰਾਮ ਮੰਨਣ ਦੇ ਖਿਲਾਫ ਹੈ। ਰਾਮਚੰਦਰ ਨੂੰ ਤਾਂ ਰਾਮ ਮੰਨਣ ਦੇ ਖਿਲਾਫ ਹੈ ਗੁਰਬਾਣੀ ਸਾਰੀ। ਉਹ ਦੱਸਦਾ ਹੋਊਗਾ ਮੁੰਡਾ ਕੋਈ ਰਾਮ, ਤੇ ਹੋਰ ਬਥੇਰੇ ਰਾਮ ਤੁਰੇ ਫਿਰਦੇ ਨੇ। ਚਲੋ ਬਹੁਤ ਚੰਗਾ ਵੀ ਆਦਮੀ, ਨੇਕ ਵੀ ਹੋਊਗਾ, ਬੜਾ ਵੀ ਹੋਊ, ਰਾਜਾ ਵੀ ਹੋਊ, ਥੋੜੇ ਵਾਸਤੇ ਅਵਤਾਰ ਵੀ ਹੋਊ, ਪਰ ਅਵਤਾਰ ਹੈ ਕਾਹਦਾ? ਵੇਦ ਖਤਮ ਕਰਕੇ ਸਿਮਰਤ ਸ਼ਾਸਤਰ ਰਿਸ਼ੀ ਮੁਨੀ ਜਿਹੜੇ ਉਹਨਾਂ ਦਾ ਏਕਾ ਹੀ ਨਹੀਂ,
ਏਕਤਾ ਹੀ ਨਹੀਂ ਜਿਹਨਾਂ ਦੇ ਵਿੱਚ, ਜਿਹੜੇ ਮੁਕਤੀ ਦਵਾ ਨਹੀਂ ਸਕਦੇ, ਉਹਨਾਂ ਨੂੰ ਗੁਰੂ ਮੰਨੀ ਬੈਠੋ। ਇਹਦਾ ਮਤਲਬ ਨਾ ਉਹਨੂੰ ਮੁਕਤੀ ਦੀ ਲੋੜ ਸੀ, ਨਾ ਮੁਕਤੀ ਦੇ ਹੱਕ ਸੀ, ਕਿਉਂਕਿ ਗੁਰੂਆਂ ਕੋਲ ਮੁਕਤੀ ਹੈ ਹੀ ਨਹੀਂ, ਉਹਨਾਂ ਨੂੰ ਗੁਰੂ ਬਣਾਇਆ ਕਿਉਂ? ਇਹ ਸਭ ਗੱਲਾਂ ਨੇ, ਕਾਰਨ ਹੈ ਅਸੀਂ ਰਾਮ ਨੂੰ ਨਹੀਂ ਮੰਨਦੇ ਕਿ ਪਾਗਲ ਆ। ਸਾਡਾ ਧਰਮ ਅੱਗੇ ਦੀ ਗੱਲ ਕਰਦਾ ਹੈ, ਵੇਦ ਦੀ ਗੱਲ ਕਰਦਾ ਹੈ। ਅੱਖਾਂ ਮੀਚ ਕੇ ਅਸੀਂ ਕਿਵੇਂ ਮੁਨਕਰ ਹੋ ਜਾਈਏ? ਜੇ ਅਸੀਂ ਅੱਖਾਂ ਮੀਚ ਕੇ ਮੁਨਕਰ ਹੋਏ ਤਾਂ ਹੀ ਗੁਲਾਮ ਹੋਏ ਸੀ। ਜਦੋਂ ਅਸੀਂ ਵੇਦ ਦੀ ਗੱਲ, ਜਿੰਨਾ ਚਿਰ ਵੇਦ ਦੀ ਗੱਲ ਹੋਈ ਭਾਰਤ ਵਿੱਚ, ਭਾਰਤ ਸਾਰੇ ਦੁਨੀਆ ਦਾ ਮਤਲਬ ਹੈ ਰਾਜਧਾਨੀ ਸੀ। ਐਂ ਕਹੋ ਜਿਵੇਂ ਅਮਰੀਕਾ ਵੱਲ ਝਾਕਦੇ ਨੇ ਲੋਕ, ਭਾਰਤ ਵੱਲ ਝਾਕਦੇ ਸੀ। ਸੋਨੇ ਦੀ ਚਿੜੀ ਕਹਿੰਦੇ ਸੀ ਇਹਨੂੰ, ਤਾਂ ਝਾਕਦੇ ਤੇ। ਹੁਣ ਚਿੜੀ ਕਾਹਦੀ ਹੈ? ਪਿੱਤਲ ਦੀ ਵੀ ਨਹੀਂ, ਉਹ ਤਾਂ ਮਿੱਟੀ ਦੀ ਚਿੜੀ ਆ, ਰੰਗ ਰੋਗਨ ਵਧੀਆ। ਉਹ ਤਾਂ ਮਿੱਟੀ ਦੀ ਰਹੇਗੀ, ਮਾਟੀ ਮਾਟੀ ਹੋਈ ਹੈ, ਹੋ ਜਾਣਾ ਇੱਕ ਦਿਨ ਚਿੜੀ ਨੇ। ਚਿੜੀ ਤਾਂ ਮਿੱਟੀ ਦੀ ਬਣਾ ਲਈ, ਇਹਦੀ ਪੂਜਾ। ਚੇਤਨ ਚਿੜੀ ਛੱਡ ਕੇ ਚੜ ਚਿੜੀ ਬਣ, ਜੜ ਹੈ, ਬੁੱਧੀ ਜੜ ਹੋ ਗਈ। ਜਿਹਦੀ ਜੜ ਬੁੱਧੀ ਹੁੰਦੀ ਹੈ ਗੁਲਾਮੀ ਕਰ ਸਕਦਾ ਹੈ। ਜਾਗਰੂਕ ਨਹੀਂ ਹੈ, ਚੇਤਨ ਨਹੀਂ ਹੈ, ਰਾਜ ਕਿਵੇਂ ਕਰ ਲੂਗਾ? ਸੁੱਤੇ ਪਏ ਹੁੰਦੇ ਰਾਜ ਹੁੰਦਾ। ਉਹ ਸੁੱਤੇ ਪਏ ਦਾ ਮੈਚ ਸੂਬੇ ਕੱਟਾ ਹੀ ਕਰ ਦਿੰਦਾ, ਦੂਆ ਬਦਲ ਕੇ ਆਪਣੀ ਕੱਟੀ। ਕਹਿੰਦਾ ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ। ਉਹਦੀ ਬਾਂਹ ਕੱਟੀ ਦਿੱਤੀ, ਆਪਣੀ ਬਾਂਹ ਨੂੰ ਲਾ ਲਈ, ਇਕੱਠੀਆਂ ਸੂਈਆਂ ਸੀ। ਮੰਡੀ ਨੂੰ ਜਾਂਦੇ ਤੇ ਰਾਹ ਚ ਕਹਿੰਦਾ ਮੈਂ ਜਾਗਦਾ ਰਹਿਣਾ, ਚੱਲ ਤੂੰ ਸੌਂ ਜਾ। ਉਹ ਮੇਰੇ ਵਰਗਾ ਸੀ ਆਸਤੀ, ਉਹਨੇ ਕਿਹਾ ਵੀ ਚੱਲ ਇਹ ਜਾਗੂ। ਦੋਵੇਂ ਮੈਂ ਸੂਈਆਂ ਘੰਟੇ ਦੇ ਹਿਸਾਬ ਨਾਲ, ਨਾਲੇ ਕਹਿੰਦਾ ਮੈਂ ਸੌ ਲੂ, ਮੈਂ ਜਾਣਦਾ ਸੌਣ। ਉਹਦੀ ਕੱਟੀ ਆਪਣੀ ਮੈਨੂੰ ਲਾਤੀ, ਆਪਣਾ ਕੱਟਾ ਉਹਦੀ ਮੈਨੂੰ ਲਾਤਾ। ਇੱਕ ਮਜ਼ਾਕ ਦੀ ਗੱਲ ਹੈ ਇਹ, ਸਿਆਣਿਆਂ ਦੀ ਜੋਕ ਬਣਾਇਆ ਹੋਇਆ। ਉਹ ਕਹਿੰਦਾ ਅਖੇ ਤੇਰੀ ਮੈਂ ਨੇ ਕੱਟੀ ਦਿੱਤੀ ਹੈ, ਮੇਰੀ ਨੇ ਕੱਟਾ ਹੀ ਕੀ ਗੱਲ? ਕਹਿੰਦਾ ਭਾਈ ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ। ਸੁੱਤੇ ਹੋਏ ਤੇ ਸਿੱਖ ਸਾਰੇ ਕੱਟੇ ਹੀ ਕੱਟੇ ਨੇ, ਦੁੱਧ ਹੈ ਹੀ ਨਹੀਂ ਕਰ। ਕੱਟੇ ਕੀ ਨੇ, ਸੰਤ ਕੱਟੇ ਹੀ ਨੇ, ਹੋਰ ਕੀ ਹੈ? ਲੈ ਲਓ ਦੁੱਧ ਗੁਰਮਤਿ ਦਾ ਇਹਨਾਂ ਤੇ ਜਾ ਕੇ, ਗੁਰਬਾਣੀ ਦੁੱਧ ਲੈ ਲਓ। ਬਣਾ ਦੇਣ ਸ਼ਬਦ ਇੱਕ ਦੁੱਧ ਹੋ ਜਾ ਤੁਹਾਡੇ ਘਰ। ਕੱਟੇ ਹੀ ਹੋਣੇ ਤੇ ਸੁੱਤਿਆਂ ਦੇ, ਕੱਟੀਆਂ ਦਾ ਜਾਗਦਿਆਂ ਦੇ ਨੇ। ਉਹ ਮੈਸਾਂ ਉਹੀ ਬਣਦੀਆਂ, ਦੁੱਧ ਉਹੀ ਦਿੰਦੀਆਂ ਨੇ। ਤਾਂ ਕੱਟੇ ਬੁੱਗੀ ਨੂੰ ਵਾਲਾ ਚੱਲਦੇ ਨੇ, ਗੱਡੀ ਗੁੱਡੀ ਨੂੰ ਚੱਲਦੇ ਨੇ, ਉਹ ਕੰਮ ਵੀ ਕਰਦੇ ਨੇ, ਹੁੰਦੇ ਸੁਸਤੇ ਨੇ। ਪਰ ਤੂੰ ਤਾਂ ਇਹਨਾਂ ਤੇ ਕੰਮ ਨਹੀਂ ਲਿਆ। ਦੁਨੀਆ ਸੋਡਣ ਸਿਆਣੀ ਹੈ, ਗੱਡੀਆਂ ਨੂੰ ਜੋੜ ਕੇ ਕੰਮ ਲੈਂਦੇ ਨੇ, ਗੱਡਿਆਂ ਨੂੰ ਜੋੜ ਲੈਂਦੇ ਨੇ, ਹਲ ਵਾਹੁੰਦੇ ਨੇ। ਇਹਨਾਂ ਤੇ ਕੰਮ ਲੈਣਾ ਚਾਹੀਦਾ ਸੀ, ਚਾਹੀਦਾ ਇਹਨਾਂ ਨੂੰ ਆਪੇ ਕਰਨਾ ਚਾਹੀਦਾ। ਨਹੀਂ ਤਾਂ ਕਰਨੀ ਦਾ ਫਲ ਹੈ ਉਹੀ ਮਿਲਣਾ। ਇਹਨੂੰ ਪਤਾ ਹੀ ਹੈ ਕਰਨੀ ਦਾ ਫਲ ਮਿਲਦਾ ਹੁੰਦਾ। ਸਭ ਜਾਣਦੇ ਨੇ ਕਰਨਾ ਉਹ ਕਰ ਲੈਣਗੇ, ਨਹੀਂ ਕਰਨਾ ਨਾ ਕਰਨਾ, ਆਪਣੀ ਸਿਹਤ ਤੇ ਕੀ ਅਸਰ। ਤਾਂ ਦੱਸਿਆ ਵੀ ਕੱਟੀਆਂ ਕੱਟੇ ਕਿਵੇਂ ਹੁੰਦੇ ਨੇ। ਫਿਰ ਤੀਆ ਇੱਕ ਹੋਰ ਸਤਿਗੁਰੇ ਨੂੰ, ਮੈਂ 30 ਨੰਬਰ, ਜਿਹਨੇ ਸੁੰਨ ਸਮਾਜ ਚੋਂ ਜਗਾਇਆ ਉਹ ਗੁਰੇ ਨੂੰ ਸਹਿਜ ਵਿੱਚ ਆਇਆ। ਜਿਹਨੇ ਇਹ ਹੌਸਲਾ ਕੀਤਾ ਵੀ ਹੁਣ ਸ੍ਰਿਸ਼ਟੀ ਨੂੰ ਜਗਾਈਏ, ਉਹਨੇ ਤਾਂ ਉਹਨੂੰ ਜਗਾਇਆ ਨਾ। ਸੁਣ ਤੋਂ ਸਹਿਜ ਕੀਤਾ, ਜਿੱਤ ਹੈ ਉਹਦਾ ਮਨ ਜਾਗਿਆ, ਮਨ ਦੇ ਵਿੱਚ ਫੁਰਨ ਆਇਆ ਵੀ ਇਹਨਾਂ ਨੂੰ ਜਗਾਈਏ। ਤਾਂ ਸਰਬ ਕੀ ਚਿੰਤਾ ਉਹਦੇ ਮਨ ਚ, ਉਸ ਮਨ ਚ ਸਰਬ ਕੀ ਚਿੰਤਾ ਜਿਹਨੇ ਜਗਾਉਣਾ ਸ਼ੁਰੂ ਕੀਤਾ। ਉਹ ਪੂਰਨ ਬ੍ਰਹਮ ਦਾ ਮਨ ਹੈ, ਸਾਰੇ ਹੀ ਪੂਰਨ ਬ੍ਰਹਮ ਨੇ। ਆਪਣਾ ਮਨ ਨੇ ਕਾਰੇ ਲਾਇਆ ਹੋਇਆ, ਤਾਂ ਉਹਦਾ ਜੀ ਲੱਗਿਆ ਹੋਇਆ, ਪਹਿਲਾਂ ਕੀ ਕਰੇ? ਉਹ ਕੰਮ ਲੱਗਾ ਪਰਉਪਕਾਰ ਦੇ, ਸਾਨੂੰ ਜਗਾਉਣ ਦੇ। ਸਭ ਕੁਛ ਉਸ ਵਾਸਤੇ ਹੀ ਬਣਾਇਆ। ਭਗਤ ਵੀ ਹਰ ਯੁੱਗ ਯੁੱਗ ਭਗਤ ਉਪਾਇਆ, ਸਮੇਂ ਸਮੇਂ ਸਿਰ ਭਗਤ ਵੀ ਪੈਦਾ ਕਰਦਾ ਹੈ। ਪਰ ਉਹਨਾਂ ਦੀ ਪੈਜ ਰੱਖਦਾ, ਪੈਜ ਵੀ ਰੱਖਦਾ ਆਇਆ, ਬੰਦ ਵੀ ਕਰਦਾ ਆਇਆ, ਇੱਜ਼ਤ ਵੀ ਬਚਾਉਂਦਾ ਆਇਆ। ਰਾਮ ਰਾਜੇ ਹਰਨਾਖ ਦੁਸ਼ਟ ਹਰ ਮਾਰਿਆ। ਹਰਨਾਖ ਦੁਸ਼ਟ ਕੌਣ? ਉਹ ਆ ਜਿਹੜਾ ਆਪਣਾ ਨਾਂ ਜਪਾਉਂਦਾ ਸ਼ਰੀਕ ਖੁਦਾ ਹੈ।
ਜਿਹੜਾ ਪ੍ਰਹਲਾਦ ਨੂੰ ਕਹਿੰਦਾ ਮੈਂ ਹਾਂ ਰੱਬ ਤੂੰ ਮੈਨੂੰ ਰੱਬ ਬਣ। ਜਿਹੜੇ ਬ੍ਰਹਮ ਗਿਆਨੀ ਸੰਤ ਬਣਦੇ ਨੇ ਹੋਰ ਨਾਮ ਜਮੇ ਸਾਰੇ, ਕਿਉਂਕਿ ਬ੍ਰਹਮ ਗਿਆਨੀ ਆ ਪਰਮੇਸ਼ਰ ਹੈ। ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਨੇ ਸਾਰੇ ਸ਼ਰੀਕ ਖੁਦਾ ਨੇ, ਜੋ ਖੁਦਾ ਅੰਦਰਲਾ ਬਾਹਰਲਾ ਨਹੀਂ ਹੈ। ਜਿਹੜਾ ਸਰੀਰ ਵਿੱਚ ਹੈ ਉਹਦਾ ਮਨ ਹੈ। ਮਨ ਚ ਇੱਛਾ ਪੈਦਾ ਹੋ ਗਈ ਅਸਲੀ ਖੁਦਾ ਦੀ ਬਰਾਬਰੀ ਕਰਨ ਦੀ। ਅਸਲੀ ਤਾਂ ਨਿਰਾਕਾਰ ਹੈ, ਉਹਦਾ ਦਾ ਕੋਈ ਰੰਗ ਰੂਪ ਨਹੀਂ, ਸਰੂਪ ਨਹੀਂ। ਕਿਸੇ ਸੰਤ ਨੇ ਕੋਈ ਮੁਕਤੀ ਪ੍ਰਾਪਤ ਕੀਤੀ ਹੋਵੇ ਉਹਦਾ ਨਾਮ ਦੱਸੋ। ਕਿਸੇ ਸਾਧ ਨੂੰ ਮੁਕਤੀ ਮਿਲੀ ਹੋਵੇ ਉਹਦਾ ਨਾਮ ਦੱਸੋ। ਕਿਉਂ? ਉਹ ਵੀ ਨਹੀਂ ਲਿਖ ਕੇ ਜਾਂਦਾ, ਜੇ ਹੁੰਦੀ ਸੂਤ ਛੱਡ ਕੇ ਜਾਂਦਾ। ਸੰਤਾਂ ਦੀ ਕੋਈ ਦਿਖਾਓ ਲਿਖਤ। ਸੰਤ ਤਾਂ ਗੁਰਬਾਣੀ ਪੜ੍ਹਦੇ ਨੇ ਸਾਰੇ। ਜਿਹੜੇ ਬਨਾਰਸ ਵਾਲੇ ਸੰਤ ਨੇ ਉਹਨਾਂ ਦੀ ਆਪਣੀ ਲਿਖਤ ਦਿਖਾਓ ਕੀ ਹੈ, ਨਿਰਮਲ ਨੇ ਆਪਣੀ ਲਿਖਤ ਦਿਖਾਓ ਕੀ ਹੈ। ਤੁਸੀਂ ਗੁਰਬਾਣੀ ਪੜ੍ਹਦੇ ਹੋ, ਸਿਰਫ ਗੁਰਬਾਣੀ ਦੇ ਅਰਥ ਮਰੋੜਦੇ ਹੋ। ਉਹ ਜਿਹੜੇ ਪਾਪ ਸੀ, ਪਾਪ ਵਾਲੀ ਟੀਮ, ਉਹਦੇ ਸਾਰੇ ਖਿਡਾਰੀ ਉਹਦੇ ਵੱਲੋਂ ਖੇਡਦੇ ਹੋ। ਪਰਮੇਸ਼ਰ ਦਾ ਜੋ ਪ੍ਰੋਗਰਾਮ ਹੈ ਖਾਲੀ ਭਰਨ ਦਾ, ਅਕਲ ਕਲਾ ਭਰਨ ਦਾ, ਉਹ ਚ ਵਿਘਨ ਪਾ ਰਹੇ ਹੋ। ਕੋ ਨਹੀਂ ਪਾ ਰਿਹਾ, ਇਹ ਤਾਂ ਪਾ ਰਹੇ ਨਾ ਭਲੇਖੇ ਚ। ਹੁਣ ਤਾਂ ਕਰ ਦੋ ਬੰਦਾ, ਮਾਫੀ ਮਿਲ ਸਕਦੀ ਹੈ। ਨਹੀਂ ਵੀ ਤੁਸੀਂ ਜਾਣੋ, ਤੁਹਾਡੇ ਜਿਹੜਾ ਪਿੱਛੇ ਤੁਹਾਨੂੰ ਕਹਿੰਦਾ ਹੌਸਲਾ ਦਿੰਦਾ ਵੀ ਇਹ ਕੰਮ ਆਪਾਂ ਜ਼ਰੂਰ ਕਰਨਾ, ਉਹ ਜਾਣੇ ਅੱਗੇ ਕੀ ਮਿਲੂਗਾ ਇਹਦਾ। ਜਿਹੜਾ ਪਿੱਛੇ ਮਿਲਦਾ ਰਿਹਾ ਹਰਨਾਕਸ਼ ਨੂੰ ਮਿਲਿਆ, ਤੁਹਾਨੂੰ ਮਿਲ ਚੁੱਕਾ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਪ੍ਰਹਲਾਦ ਕੌਣ ਹੈ? ਤੁਹਾਡੀ ਸਾਖੀ ਗਲਤ ਬਣਾਈ ਹੋਈ ਹੈ। ਉਹ ਗੁਰਬਾਣੀ ਚ ਪ੍ਰਹਲਾਦ ਦੀ ਸਾਖੀ ਸੋਧ ਕੇ ਦੇਤੀ। ਗੁਰਬਾਣੀ ਧਰੂ ਦੀ ਸਾਖੀ ਸੋਧ ਕੇ ਦੇਤੀ। ਤੁਸੀਂ ਦੋਏ ਸਾਖੀਆਂ ਕਿਉਂ ਵਿਗਾੜੀਆਂ? ਉਹਨਾਂ ਨੇ ਕਿਵੇਂ ਪਾਇਆ, ਕਿਉਂ ਵਿਗਾੜਿਆ? ਕਿਉਂ ਤੁਸੀਂ ਲੋਕਾਂ ਨੂੰ ਦੂਏ ਰਾਹ ਲੈ ਕੇ ਜਾਣਾ ਸੀ। ਜੋ ਪਰਮੇਸ਼ਰ ਨੇ ਦੱਸਿਆ ਸੀ, ਜਿਸ ਰਾਹ ਉਹ ਤਰੇ ਸੀ, ਉਹ ਰਾਹ ਛਡਾਉਣਾ ਸੀ ਲੋਕਾਂ, ਤਾਂ ਕੀਤਾ। ਅੱਜ ਦੇ ਕਰਦੇ ਆਏ ਹੋ ਤੁਸੀਂ। ਨਾਲੇ ਦੂਈ ਟੀਮ ਚੱਲਦੀ। ਸੰਸਾਰ ਪਾਪ ਦਾ ਦੂਆ ਨਾ ਹੈ, ਸੰਤ ਸਾਰੇ ਮੰਨਦੇ ਨੇ। ਜੋਗੀ ਕਹਿੰਦੇ ਤੇ 7 ਜਨਮ ਦੇ ਪਾਪਾਂ ਦਾ ਫਲ ਹੈ ਗ੍ਰਸਥ ਆਸ਼ਰਮ ਔਲਾਦ ਹੋ ਜਾਣਾ। ਇੰਨਾ ਭਜਦੇ ਤੇ ਉਹ ਵੀ ਗਲਤ ਸੀ, ਉਹਨੂੰ ਨਹੀਂ ਮੰਨਿਆ ਗੁਰਬਾਣੀ ਨੇ। ਜੋਗੀਆਂ ਨੇ ਪ੍ਰਾਪਤ ਕੀ ਕੀਤਾ? ਕਿਉਂਕਿ ਨੇਚਰ ਦੇ ਖਿਲਾਫ ਬੋਲੇ। ਉਹ ਗ੍ਰਸਥ ਆਸ਼ਰਮ ਨੇਚਰ ਹੈ, ਇਹਦੇ ਨਾਲ ਉਹਨਾਂ ਦਾ ਜਨਮ ਹੋਇਆ ਹੈ, ਇਹਦੇ ਨਾਲ ਉਹਨੂੰ ਸਰੀਰ ਮਿਲਿਆ ਹੈ। ਉਹ ਤਾਂ ਉਹਦੇ ਖਿਲਾਫ ਬੋਲ ਕੇ ਪਰਮੇਸ਼ਰ ਤੇ ਆਪਣੀ ਕਮਜ਼ੋਰੀ ਕਰਕੇ ਸਾਥੇ ਕੰਮ ਨਹੀਂ ਹੋਣਾ ਹੈ ਕਰਨ ਲੱਗਿਆ, ਆਪਣੀਆਂ ਬੇਵਕੂਫੀਆਂ ਕਰਕੇ। ਜੇ ਤੁਸੀਂ ਤੁਹਾਨੂੰ ਸਮਝੇ ਨਹੀਂ ਇਹ ਕਰਨਾ ਕੀ ਹੈ, ਤੁਸੀਂ ਨਾਦ ਨੂੰ ਹੋਰੇ ਕੋ ਸਮਝ ਲਿਆ, ਤਿਰਕੁਟੀ ਦੇ ਵਿੱਚ ਸਭ ਕੁਝ ਮੰਨ ਲਿਆ। ਤੇ ਤੁਹਾਡੀਆਂ ਆਪਣੀਆਂ ਗਲਤੀਆਂ ਨੇ। ਪੜ੍ਹਦੇ ਸਮਾਰ ਕੇ, ਸਮਝਦੇ ਸਮਾਰ ਕੇ, ਕਮਾ ਕੇ ਦੇਖਦੇ, ਤਜਰਬਾ ਕਰਕੇ ਰਿਜੈਕਟ ਕਰਦੇ ਕਿਸੇ ਚੀਜ਼ ਨੂੰ। ਤੁਸੀਂ ਤਜਰਬਾ ਕੀ ਕੀਤਾ, ਰਿਜੈਕਟ ਕਿਵੇਂ ਕਰਤਾ ਗੁਰਬਾਣੀ ਨੂੰ ਲੋਕਾਂ ਨੇ? ਤੇ ਦਵਾਈ ਹੈ ਕੋਈ ਦਾਵਾ ਕਰਦੀ ਹੈ, ਤੁਹਾਨੂੰ ਵਰਤਿਆ ਕਿਉਂ ਨਹੀਂ, ਖੋਜਿਆ ਕਿਉਂ ਨਹੀਂ ਕਰਦੇ? ਜੇ ਸੁਖਮਣੀ ਸੁਖਮਤ ਪਰ ਨਾਮ ਭਗਤ ਜਨਾਂ ਕੇ ਵਿਸ਼ਰਾਮ ਠੀਕ ਸੀ, ਜਾਂ ਤਾਂ ਕਹੋ ਇਹਦੇ ਤੇ ਸਾਨੂੰ ਭਰੋਸਾ ਨਹੀਂ ਆਇਆ। ਜੇ ਭਰੋਸਾ ਦੀ ਖੋਜਿਆ ਕਿਉਂ ਨਹੀਂ ਤਜਰਬਾ ਕੀਤਾ? ਤੁਸੀਂ ਜਿਹਨੇ ਤਜਰਬਾ ਕੀਤਾ ਮੂਹਰੇ ਬੈਠੇ ਤੁਹਾਡੇ, ਕਰੋ ਗੱਲ ਉਹਦੇ ਨਾਲ, ਫਿਰ ਕਰੋਗੇ। ਸਾਰੀ ਦੁਨੀਆ ਦੇ ਧਰਮ ਦਾ ਗਵਾਹ ਨੇ ਵੀ ਤਜਰਬਾ ਠੀਕ ਹੈ, ਤੁਸੀਂ ਕਰੋਗੇ। ਇਹ ਜਿਹੀਆਂ ਮੌਜਾਂ ਜਿਹੜੀਆਂ ਹੁੰਦੀਆਂ ਨਾ ਕਰਦੇ, ਆਏ ਦਿਨ ਵੀ ਆ ਜਾਂਦੇ ਨੇ ਉਹਨਾਂ ਦੇ। ਇਹ ਬਹੁਤ ਬੁਰੇ ਦਿਨ ਨੇ ਪੜ੍ਹਨਵਾਦ ਵਾਸਤੇ, ਬਹੁਤ ਬੁਰੇ। ਇਹੋ ਜਿਹੇ ਬੁਰੇ ਕਦੇ ਵੀ ਨਹੀਂ ਹੋਏ, ਕਿਸੇ ਨੇ ਵੀ ਨਹੀਂ ਬੋਲਣ ਦੇਣਾ ਸੁਣਦਾ। ਜਾਣੇ ਜਿਹੜੇ ਨਵੇਂ ਜੰਮਦੇ ਨੇ, ਨਿਰਮਲ ਬੁੱਧ ਵਾਲੇ, ਜ਼ਿਆਦਾ ਗੱਲ ਉਹਨਾਂ ਨੇ ਸੁਣਨੀ ਹੈ। ਥੋੜਾ ਜਾਦੂ ਉਹਨਾਂ ਚਿਹਰੇ ਹੀ ਨਹੀਂ। ਥੋੜੇ ਖਿਲਾਫ ਤਾਂ ਹੁਣੇ ਰੌਲਾ ਪੈ ਗਿਆ ਵਰਲਡ ਵਿੱਚ, ਫਿਰ ਕੀ ਹੋਊ? ਇਹ ਵਿਚਾਰਨ ਵਾਲਾ ਵਿਸ਼ਾ।
ਇਹ ਜੇ ਵਿਚਾਰੂਗਾ ਉਹ ਭੱਜੂਗਾ, ਉਹਦਾ ਜੀਵਨ ਬਚ ਸਕਦਾ। ਸੁਖ ਹੈ ਵਿੱਚ ਵਿਚਾਰਦੇ, ਸਤਿਗੁਰ ਸ਼ਰਨ ਪਿਆ, ਨਾ ਸੁਖ ਵਿੱਚ ਕ੍ਰਿਸਦੇ, ਨਾ ਸੁਖ ਛੱਡ ਗਿਆ। ਚਾਹੇ ਸੰਤ ਕ੍ਰਿਸਤੀ ਹੈ ਚਾਹੇ ਨਹੀਂ ਕ੍ਰਿਸਤੀ, ਸੁਖ ਨਹੀਂ ਹੈ। ਚਾਹੇ ਕੋਈ ਆਦਮੀ ਕ੍ਰਿਸਤੀ ਹੈ ਚਾਹੇ ਕ੍ਰਿਸਤੀ ਨਹੀਂ ਹੈ, ਛੱਡ ਗਿਆ ਕ੍ਰਿਸਤ ਨੂੰ, ਦੋਹਾਂ ਨੂੰ ਸੁਖ ਨਹੀਂ। ਨਾ ਕਹਿੰਦੇ ਸੁਖ ਵਿੱਚ ਕ੍ਰਿਸਤ ਦੇ, ਨਾ ਸੁਖ ਛੱਡ ਗਿਆ, ਛੱਡਿਆ ਨੂੰ ਵੀ ਸੁਖ ਨਹੀਂ ਹੈ। ਇਹ ਕਹੇ ਸ਼ਿਵ ਜੀ ਨੇ ਕ੍ਰਿਸਤ ਫੇਰ ਲੈ ਲਿਆ, ਬਰਾਤ ਹੋ ਗਿਆ ਕ੍ਰਿਸਤ ਨਾਲ ਹੀ ਹੈ। ਛੱਡਿਆ ਵੀ ਨਹੀਂ, ਛੱਡਿਆ ਵੀ ਹੋਇਆ, ਛੱਡ ਗਿਆ। ਸੁਖ ਹੈ ਵਿੱਚ ਵਿਚਾਰਦੇ, ਸਤਿਗੁਰ ਸ਼ਰਨ ਪਿਆ। ਉਹ ਸਤਿਗੁਰ ਦੀ ਸ਼ਰਨ ਜਾਇਆ ਤਾਂ ਉਹ ਜਿਹੜਾ ਹੈ ਸਤਿਗੁਰੇ ਨੂੰ ਇੱਥੇ ਆ ਕੇ ਸਤਿਗੁਰੇ ਨੂੰ ਕਰਦਾ, ਤਾਂ ਦੋਹੇ ਪਾਸੇ ਸੁਖ ਨਹੀਂ ਲੱਭਿਆ। ਸੁਖ ਟੋੜਦਾ, ਸੁਖ ਉਧਰ ਵੀ ਨਹੀਂ, ਉਧਰ ਵੀ ਨਹੀਂ। ਉਹ ਸੁਖ ਤਾਂ ਸੰਤਾਂ ਨੂੰ ਨਹੀਂ ਮਿਲਿਆ, ਤੁਹਾਨੂੰ ਕਿੱਥੋਂ ਮਿਲ ਜੂ ਜਿਹੜੇ ਤੁਰੇ ਫਿਰਦੇ ਉਹਨਾਂ ਕੋਲ। ਇਹ ਦੱਸੇ ਕਿਹਨੂੰ ਮਿਲੇ? ਹਟਿਆ ਹੋ ਗਿਆ ਮੁੰਡਾ, ਇਹ ਛੱਡੋ, ਇਹ ਬਕਵਾਸ ਹੈ, ਇਹ ਨਹੀਂ ਕੋਈ ਗੱਲਾਂ ਹੁੰਦੀਆਂ। ਇਹਦਾ ਜੰਮਣ ਮਰਨਾ ਹੁਕਮ ਹੈ। ਸੰਤ ਕਿਵੇਂ ਕਹਿਣਗੇ, ਫਿਰ ਸਪੈਸ਼ਲ ਗੱਲ ਕਰਦੇ ਨੇ, ਵਿਆਹ ਕਰਕੇ ਦਿਖਾ। ਜਿੰਨੀਆਂ 10 ਉਹਨਾਂ ਦੀਆਂ ਫੇਲ ਗਈਆਂ, ਉਹ ਕਦੇ ਗਈਆਂ ਜਮਹੂਰੇ ਵਾਲੀਆਂ ਸਾਰੀਆਂ ਫੇਲ, ਪਹਿਲਾਂ ਸਾਰੀਆਂ ਹੀ ਨੇ। ਆਪਣੇ ਕੋਲ ਸਾਰੇ ਬੰਦੇ ਹੁੰਦੇ ਨੇ, ਸਾਰਿਆਂ ਦੇ ਹੀ ਬੰਦੇ ਨੇ ਜਿਹੜੇ ਸੰਤ ਬੜੇ ਬੜੇ ਹੋਏ ਫਿਰਦੇ। ਉਹ ਗੱਲਾਂ ਕੀ ਕਰਦੇ ਨੇ ਕੀ ਨਹੀਂ ਕਰਦੇ, ਆਪਾਂ ਨੇ ਕੀ ਲੈਣਾ? ਜੇ ਅਸੀਂ ਰਾਹ ਕਿਸੇ ਵੇਲੇ ਗਲਤ ਸੀ, ਸਾਡਾ ਗਲਤ ਬਥੇਰਿਆਂ ਦਾ ਹੁੰਦਾ, ਸੱਜਣ ਠੱਗ ਵੀ ਸੀ, ਗੁਰਮੁਖ ਹੋ ਗਿਆ, ਇੱਕੋ ਹੀ ਬਹੁਤ ਹੈ। ਇੱਕ ਹੋ ਸਕਦਾ, ਸਾਰੇ ਹੀ ਹੋ ਸਕਦਾ। ਉਹ ਡਾਕੂ ਸੀ ਆਪਣਾ ਵਾਲਮੀਕ, ਉਹ ਜੇ ਹੋ ਸਕਦਾ ਤਾਂ ਸਾਰੇ ਹੋ ਸਕਦੇ। ਉਹ ਤਾਂ ਮਨ ਮੰਨਣ ਤੇ ਮੈਂ ਹੁਣ ਨਹੀਂ ਹੋਣਾ, ਗੱਲ ਤਾਂ ਇੱਥੇ ਖੜੀ ਹੈ। ਜਿਹੜਾ ਹੋਣਾ ਚਾਹੁੰਦਾ ਉਹਨੂੰ ਕੋਈ ਡੱਕਾ ਨਹੀਂ, ਜਿਹੜਾ ਨਹੀਂ ਹੋਣਾ ਚਾਹੁੰਦਾ ਉਹਨੂੰ ਕੋਈ ਬਣਾ ਹੀ ਨਹੀਂ ਸਕਦਾ। ਗੱਲ ਤਾਂ ਦੋ ਹਰਫੀ ਹੈ। ਸਤਿਗੁਰੇ ਨਵੇਂ, ਸਤਿਗੁਰੇ ਨਵੇਂ ਕਿਉਂ ਹੈ? ਇੱਕ ਤਾਂ ਉਹਨੇ ਸਤਿਪੁਰਖ ਜਾਣ ਲਿਆ, ਸਤਿਪੁਰਖ ਹੈ ਨਾ, ਇੱਕ ਹੈ, ਇੱਕ ਜਾਣ ਲਿਆ ਕੀ ਹੈ, ਸਮਝ ਲਿਆ ਇੱਕ ਕੀ ਹੈ। ਸਤਿਗੁਰ ਤਿਸ ਕਾ ਨਾਮ, ਉਹਨੂੰ ਸਤਿਗੁਰ ਕਹਿ ਸਕਦੇ ਹਾਂ ਕਿਉਂਕਿ ਉਹਦੇ ਕੋਲ ਸੱਚ ਦਾ ਗਿਆਨ ਹੁੰਦਾ। ਗੁਰ ਦਾ ਮਤਲਬ ਗਿਆਨ, ਗੁਰ ਦਾ ਮਤਲਬ ਗਿਆਨ ਵੀ ਹੁੰਦਾ, ਗੁਰ ਦਾ ਮਤਲਬ ਵਿਅਕਤੀ ਵੀ ਹੁੰਦਾ। ਜਾਂ ਗੁਰ ਦਾ ਮਤਲਬ ਗਿਆਨ, ਗਿਆਨ ਜੜ ਹੈ, ਉਹੀ ਆਪਣਾ ਆਪਾ ਹੀ ਦੇਣਾ ਉਹਨੇ, ਜੋ ਸਤਿਗੁਰ ਉਹਨੇ ਸਤਿਗੁਰੇ ਦੇਣਾ। ਸਤਿਗੁਰ ਦਊ ਤਾਂ ਹੀ ਸਤਿਗੁਰ ਜਨਮ ਲਊ ਉਹਦੇ ਅੰਦਰ। ਸਤਿਗੁਰ ਕੇ ਜਨਮ ਹੈ, ਉਹ ਸਤਿਗੁਰੇ ਦੇਣਾ ਉਹਨੇ, ਉਹਨੂੰ ਸੱਚਾ ਗਿਆਨ ਦੇਣਾ। ਸਤਿਗੁਰੇ ਸਤਿਗੁਰ ਦੇ ਸਕਦਾ, ਸਤਿਗੁਰ ਜਿਹੜਾ ਹੈ ਸੱਚ ਦਾ ਗਿਆਨ ਉਹੀ ਦੇ ਸਕਦਾ। ਦੋ ਚੀਜ਼ ਜੜ ਆਪ ਚੇਤਨ, ਨੌ ਦੋਹਾਂ ਦਾ ਇੱਕੋ ਹੀ ਹੈ। ਸੱਚ ਦਾ ਗਿਆਨ ਅਸਲ ਚ ਸਤਿਗੁਰ ਸਤਿਪੁਰਖ ਆਪ ਹੀ ਹੈ। ਸਤਿਗੁਰ ਔਰ ਸਤਿਪੁਰਖ ਕੋਈ ਗੱਲ। ਸਤਿਪੁਰਖ ਜੇ ਜਾਣਿਆ ਕਿ ਆਪਣਾ ਆਪ ਹੀ ਜਾਣਿਆ, ਆਪਣੇ ਆਪ ਨੂੰ ਪਰਵਾਣਿਆ। ਸਤਿਪੁਰਖ ਸਤਿਗੁਰ ਤੋਂ ਸਿਖਾਉਣਾ, ਉਹਦਾ ਗਿਆਨ ਸਤਿਗੁਰ, ਯਾਨੀ ਆਪ ਸਤਿਪੁਰਖ ਹੈ, ਆਪਣਾ ਆਪਾ ਜਾਣਿਆ, ਆਤਮ ਚੀਨਿਆ, ਆਤਮ ਖੋਜਿਆ, ਆਤਮ ਦਰਸ਼ਨ ਕੀਤਾ। ਹੋਰ ਕਿਹਦਾ ਕੀਤਾ? ਆਤਮ ਦਰਸ਼ਨ ਮਤਲਬ ਆਪਣਾ ਦਰਸ਼ਨ ਕੀਤਾ। ਆਪਣਾ ਕੀ ਕੀਤਾ? ਬਈ ਮੈਂ ਸਤਿਪੁਰਖ ਹਾਂ। ਸਤਿਪੁਰਖ ਜੀ ਜਾਣਿਆ, ਜੇ ਆਪਣੇ ਆਪ ਨੂੰ ਜਾਣਿਆ ਆਪੇ ਸਤਿਪੁਰਖ ਹੋਇਆ। ਹੋਰ ਕੌਣ ਹੋਇਆ ਸਤਿਪੁਰਖ? ਆਪੇ ਸਤਿਪੁਰਖ ਹੈ ਤੇ ਪੂਰਨ ਬ੍ਰਹਮ ਹੈ ਸਤਿਪੁਰਖ। ਜਦ ਤੇਰਾ ਗਿਆਨ ਸੱਚ ਦਾ ਹੋ ਗਿਆ, ਸੱਚ ਦਾ ਤੈਨੂੰ ਸਮਝ ਆ ਗਈ, ਝੂਠ ਔਰ ਸੱਚ ਦੀ ਅੱਡ ਅੱਡ। ਰੇਤੇ ਦੇ ਵਿੱਚ ਖੰਡੁਲੀ ਹੈ, ਰੇਤ ਅੱਡਦੀ ਨਾਲ ਚੀਨੀ ਅੱਡਦੀ ਨਹੀਂ, ਇੰਨੀ ਉਹ ਗੱਲ ਆ। ਜਿਹਦੀ ਨਿਗਾਹ ਘੱਟ ਹੈ ਉਹਨੂੰ ਨਹੀਂ ਪਤਾ ਲੱਗਣਾ, ਨਿਗਾਹ ਬਹੁਤ ਥੋੜੀ ਹੈ। ਜਦੋਂ ਇੰਨੀ ਦੂਰੋਂ ਉਂਗਲ ਨਹੀਂ ਦਿੰਦੀ ਉਹਨੂੰ ਰੇਤੇ ਦੀ ਉਹ ਕਿਵੇਂ ਦੀ ਜੂ। ਅੱਖਾਂ ਇਹ ਜਿਹੀਆਂ ਨੇ ਉਹਦੀਆਂ, ਨਿਗਾਹ ਦੀ ਗੱਲ ਜ਼ਰੂਰ ਹੈ। ਫਿਰ ਰੇਤਾ ਖੰਡ ਅੱਡ ਅੱਡ
ਉਹ ਵੀ नहीं पता लगता, उत्थे निगाह चाहिदी है। रंग भी कई बार रंग तो पीला ही होंदा, रेते का पीला चीनी का होंदा, देसी का रंग का नहीं पता लगता। कई बार चक के ही देखना पऊ तुहानू भी रेता है, फिर हिसाब देखना पऊ भी ਇਹੋ ਜਿਹਾ ਦਾਣਾ ਉਹਦਾ, ਇਹੋ ਜਿਹਾ ਉਹਦਾ, ਉਹ ਵੱਡਾ ਹੈ ਛੋਟਾ ਹੈ ਕੀ ਹੈ, ਉੱਥੋਂ ਹੀ ਦੇਖਣਾ ਪਊ, ਉੱਥੋਂ ਟੈਸਟ ਕਰ ਕਰਕੇ ਪਛਾਣ ਕਰਨੀ ਪਊ। ਸਤਿਪੁਰਖ ਜੀ ਨੇ ਜਾਣਿਆ, ਉਹ ਸਤਿਪੁਰਖ ਜੀ ਨੇ ਜਾਣ ਲਿਆ, ਆਤਮਦਰਸ਼ੀ ਹੈ, ਉਹਨੂੰ ਨਮਸਕਾਰ ਹੈ। ਉਹ ਆਤਮ ਗਿਆਨੀ ਹੈ, ਬ੍ਰਹਮ ਗਿਆਨੀ ਨਹੀਂ ਹੁੰਦਾ। ਬ੍ਰਹਮ ਗਿਆਨੀ ਪਰਮੇਸ਼ਰ ਹੈ, ਬ੍ਰਹਮ ਤਾਂ ਆਪੇ ਆਤਮਦਰਸ਼ੀ ਹੈ, ਆਪਣਾ ਗਿਆਨ ਨਹੀਂ ਹੈ ਉਹਨੂੰ। ਮੈਂ ਕਿੱਥੋਂ ਆਇਆ, ਕਦੋਂ ਤੋਂ ਆਇਆ, ਇਹ ਨਹੀਂ ਉਹਨੂੰ ਪਤਾ। ਕਿੰਨੇ ਕਿੰਨੇ ਜੂਨਾ ਉਹਦੀਆਂ ਕੌਣ, ਇਹ ਨਹੀਂ ਉਹਨੂੰ ਪਤਾ ਕੁਛ ਵੀ। ਕੀ ਲੈਣਾ ਪਤਾ ਕਰਕੇ ਵੀ, ਉਹ ਨਹੀਂ ਪਤਾ ਹੈਗਾ। ਉਹਦਾ ਫਾਇਦਾ ਵੀ ਕੀ ਹੈ? ਤਾਂ ਹੀ ਕਹਿੰਦਾ ਪਿੱਛੇ ਮੁੜ ਕੇ ਨਹੀਂ ਦੇਖਣਾ, ਪਿੱਛੇ ਨੂੰ ਝਾਕਣ ਵਾਲੀ ਗੱਲ ਹੈ। ਗਿਆਨ ਦੀ ਲੋੜ ਨਹੀਂ ਹੈ। ਸੱਚਖੰਡ ਜਾ ਕੇ ਵਿਹਲਾ ਹੋ ਜਾਏਗਾ, ਫਿਰ ਪਤਾ ਲੱਗ ਤੇ ਵਿਹਲਾ ਹੀ ਉਹਦਾ ਕੰਮ ਹੈ ਕੋਈ, ਉੱਥੇ ਲਈ ਜਾਏਗਾ ਉਹਨੇ। ਇੱਥੇ ਦਾ ਸਿਲੇਬਸ ਰਹਿ ਜੂਗਾ, ਉੱਥੇ ਜੋ ਮਰਜ਼ੀ ਲਈ ਜਾ, ਉੱਥੇ ਦਾ ਹੀ ਗਿਆਨ ਹੈ, ਉਹ ਉੱਥੇ ਦਾ ਹੀ ਇੱਥੇ ਵਰਤ ਰਿਹਾ ਗਿਆਨ। ਇਹ ਉੱਥੇ ਦੀ ਗੱਲ ਹੈ, ਆਪੇ ਪਤਾ ਲੱਗ ਜਾਣਾ, ਦੱਸੀ ਜਾਣਾ ਉਹਨਾਂ ਨੇ ਕੌਣ ਕਿਵੇਂ ਆ ਰਿਹਾ, ਉੱਥੋਂ ਕਿਵੇਂ ਚੱਲ ਰਿਹਾ, ਕਿਹੜੇ ਕਿਹੜੇ ਘਰਾਂ 'ਚ ਨਿਕਲ ਕੇ ਕਿਵੇਂ ਆਉਂਦੇ ਨੇ। ਉਹਦੇ ਘਰ 'ਚ ਤੂੰ ਨਿਕਲ ਕੇ ਆਇਆ, ਸਾਰਾ ਕੁਝ ਉੱਥੇ ਚੱਲਦਾ ਹੀ ਹੈ। ਜਿੱਥੇ ਰਾਜਾਂ ਦਾ ਗੰਨੇ ਦਾ ਚਲਾ ਗਿਆ, ਪੀੜਿਆ ਗਿਆ ਗੰਨਾ, ਉਹ ਬਾਕੀ ਟਾਲੀ ਉੱਥੇ ਵੀ ਲੰਘਣੀ ਹੈ ਸਾਰੀ। ਉਹੀ ਸਭ ਕੁਝ ਬਣਨਾ, ਰਾਤ ਬਣਨੀ ਗਾਹਾਂ, ਫਿਰ ਉੱਥੇ ਪੈ ਜਾਣੀ ਹੈ ਚੀਨੀ, ਸਭ ਕੁਝ ਉਹਦਾ ਪ੍ਰੋਸੀਜਰ ਉਹੀ ਹੋਣਾ। ਸੱਤ ਘੋਰੇ ਨਵੇਂ, ਚੌਥੇ ਨੰਬਰ ਸ੍ਰੀ ਗੁਰਦੇਵ। ਸ੍ਰੀ ਗੁਰਦੇਵ ਕੌਣ ਹੈ? ਜਿਹਨੇ ਮਰਨ ਕਬੂਲ ਲਿਆ ਉਹ ਸ੍ਰੀ ਗੁਰਦੇਵ। ਜਿਹਨੇ ਧਰਮ ਧਾਰਨ ਕਰਨਾ ਮੰਨ ਲਿਆ, ਜਿਹੜਾ ਮਨ ਮੰਨ ਗਿਆ ਹਾਰ, ਆਪਣਾ ਹੰਕਾਰ ਛੱਡਤਾ, ਸੰਸਾਰ ਛੱਡਣਾ ਮੰਨ ਗਿਆ, ਉਹ ਸਮਝੋ ਉਸ ਨੂੰ ਵੀ ਨਮਸਕਾਰ। ਸ਼ੁੱਧ ਹੈ ਨਾ ਉਹ ਮਨ। ਪਹਿਲੀ ਸਟੇਜ ਦਾ ਸ਼ੁੱਧ ਹੈ, ਦੂਜੀ ਸਟੇਜ ਦਾ ਗਿਆਨੀ ਹੈ, ਉਹਦੇ 'ਚ ਪੈ ਗਿਆ ਸੱਚ, ਸਤਿਪੁਰਖ ਜਾਣ ਲਿਆ। ਸ਼ੁੱਧ ਹਿਰਦੇ ਬਿਨਾਂ ਜਾਣਕਾਰੀ ਸ਼ੁਰੂ ਨਹੀਂ ਹੁੰਦੀ। ਜਾਣਕਾਰੀ ਸ਼ੁਰੂ ਉਦੋਂ ਹੋਣੀ ਹੈ ਜਦ ਹਿਰਦਾ ਸ਼ੁੱਧ ਹੋ ਜਾਣਾ ਪਹਿਲਾਂ, ਨਹੀਂ ਉਹਨਾਂ ਚਿਰ ਹਿਰਦਾ ਹੀ ਸ਼ੁੱਧ ਹੋ ਰਿਹਾ। ਸਤਿਪੁਰਖ ਜਾਣਨ ਵਾਲੀ, ਨਿਰਾਕਾਰ ਜਾਣਨ ਵਾਲੀ ਗੱਲ ਵੱਧਦੀ, ਚੱਲਣੀਆਂ ਦੋ ਇਕੱਠੀਆਂ ਹੀ, ਚੱਲਣੀਆਂ ਇਕੱਠੀਆਂ ਹੀ। ਗਿਆਨ ਹੁੰਦਾ ਜਾਊ, ਹਨੇਰਾ ਫਿੱਕਾ ਪੈਂਦਾ ਚਲੇ ਜਾ। ਜੇ ਲਾਈਟ ਵੱਧਦੀ ਜਾਊ, ਹਨੇਰਾ ਆਪੇ ਫਿੱਕਾ ਪੈਂਦਾ ਚਲੇ, ਚੱਲਣੀਆਂ ਦੋ ਇਕੱਠੀਆਂ ਹੀ। ਜਿੰਨਾ ਇੱਧਰੋਂ ਗੁਣਾਂ ਨੇ ਵਧਣਾ, ਮਲਮਾਨ ਨਹੀਂ, ਦੁਸ਼ਮਣ ਨੇ ਪਿੱਛੇ ਹਟਣਾ ਨਹੀਂ। ਜਿੰਨਾ ਗੁਣ ਵਧਣਗੇ ਅੱਗੇ, ਔਗਣ ਪਿੱਛੇ ਨਹੀਂ ਹਟਣਗੇ। ਸਾਡਾ ਬੰਨਾ ਕਹਾਂ ਚਲਾ ਗਿਆ, ਸਾਡੇ ਅੰਦਰ ਰੋਸ਼ਨੀ ਵਧੀ ਜਾਂਦੀ ਹੈ, ਔਗਣ ਢੱਕ ਕੇ ਪਿੱਛੇ ਜਾਈ ਜਾਂਦੇ ਨੇ, ਹਨੇਰਾ ਢੱਕ ਕੇ ਪਿੱਛੇ ਜਾਈ ਜਾਂਦਾ, ਭਰਮ ਦੂਰ ਹੋ ਜਾਂਦਾ। ਇਹ ਲੜਾਈ ਹੈ, ਜਾਲ ਉਹਨਾਂ ਹੀ ਕੱਟਿਆ ਜਾਂਦਾ। ਹੌਲੀ 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 ਜੇ ਚੱਲਦੀ ਰਹੀ, ਇੱਕਦਮ ਫਟ ਵੀ ਜਾਂਦਾ ਭਰਮ ਦਾ, ਅੰਡਾ ਹੀ ਫਟ ਜਾਂਦਾ। ਫੂਟੋ ਅੰਡਾ ਭਰਮ ਕਾ ਬਣੇ ਪਿਆ ਪ੍ਰਕਾਸ਼ਾ, ਫਿਰ ਪਾਣੀ ਸੰਗ ਪਾਣੀ ਹੈ, ਫਿਰ ਅੰਦਰ ਬਾਹਰ ਇੱਕੋ ਹੀ ਹੋ ਗਿਆ, ਫਿਰ ਨਹੀਂ ਰਿਹਾ ਅੰਡਾ ਭਰਮ, ਚਾਰੇ ਪਦਾਰਥ। ਇਹ ਸ਼ੁੱਧ ਹੋ ਜਾਏ ਮਨ ਜਿਹਦਾ ਗੁਰਮਤਿ ਲੈਣ ਨੂੰ ਤਿਆਰ ਹੋ ਜਾਏ, ਸੱਚ ਨੂੰ ਮੰਨਣ ਨੂੰ ਤਿਆਰ ਹੋ ਜਾਵੇ, ਸੱਚ ਨੂੰ ਮੰਨਦਾ ਰਹੇ, ਮੰਨ ਲਵੇ, ਉਹ ਜਿਹੜਾ ਪਹਿਲੀ ਸਟੇਜ ਦਾ ਮਨ ਹੈ ਨਾ, ਮਨ ਵਿੱਚ ਇੱਕੋ ਹੀ ਆ, ਇਕੱਠਾ ਹੋਏ ਬਿਨਾਂ ਨਹੀਂ ਹੁੰਦਾ। ਐਂ ਕਹੋ ਚੇਤਰਾ ਹੈ, ਪਹਿਲਾਂ ਹੀ ਮਨ ਹੈ। ਜਿਹੜਾ ਇੱਥੇ ਮਨ ਮੰਨ ਗਿਆ ਸੱਚ ਨੂੰ, ਉਹਨੂੰ ਵੀ ਕਹਿੰਦੇ ਨਮਸਕਾਰ ਪਹਿਲੇ ਦਰਜੇ ਦੀ ਹੈ। ਕਿਉਂ? ਉਹਨੂੰ ਦੁਨੀਆ ਨਮਸਕਾਰ ਕਰਦੀ ਹੈ, ਪਹਿਲੀ ਸਟੇਜ ਦੀ ਦੁਨੀਆ ਉਹਨੂੰ ਵੀ ਨਮਸਕਾਰ ਕਰਦੀ ਹੈ। ਪਹਿਲੇ ਦਰਜੇ ਦਾ ਸੰਤ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ
चलती सारे उत्सुक हो गए। नमस्कार होई ना होई। अगे फिर सतगुरे ने जब सतपुरख की गल कर लग गया, गुरबाणी नूं अरथा के दसन लग गया लोगों को, फिर होर इज्जत वधू है। चेले तो गुरु बन गया, पहले तो चेला बनया था ना, अंगद सी, फिर नानक बन गया। नानक वर्गी गल करन लग गया, नानक वर्गी तसली कराउण लग गया। नानक तसली कराउंदा सी सब दी, वो कराउण लग गया, नानके बन गया ना। ते फिर डिग्री बधी ते वो है दूए नंबर का सतगुर, क्योंकि सतपुरख जान लिया। पहला जानन वास्ते सच बोलना शुरू किया सी, जानन वास्ते ये काम हो जाता है, मुक्ति मिल जाती है, जीवन मुक्त अवस्था हो जाती है। जो कहते तेरा इरादा होया सी, बन कबूलिया सी, उस अवस्था नूं भी नमस्कार है। हुण आगे कहां दी अवस्था, जान लिया सतपुरख, उन्होंने भी नमस्कार है। हुण जिहने इहनूं जनाया, जिहनूं तू जाना है सो जन जाने, उन्होंने नमस्कार। जिसनूं तू जाना है, नानक नूं नमस्कार है, सतगुर है। सतगुर कहना जिसनूं तू जाना है सो जन जाने। ਇਹਦਾ मतलब वो कहना भी मेरे पिछे भी एक होर बड़ी ताकत है, फिर उन्होंने भी नमस्कार है कि नहीं। फिर ਉਹਦੇ बाद जब वो खोजा भी वो कौन है, वो सारे सचखंड वाले बैठे थे, पूर्ण पार ब्रह्म। ये तो पार ब्रह्म सी शब्द, शब्द तो पार ब्रह्म है, ब्रह्मा तो परे होंदा, ब्रह्मा नूं पार कर जांदा। तीर बाधा पार नहीं करता, बाण जो पाया एक, ये तो ब्रह्म के शब्द है, रूप है। पूर्ण परमेश्वर सारा सचखंड है। पूर्ण ब्रह्म तो पार ब्रह्म का होंदा ना, पूर्ण ब्रह्म तो पार ब्रह्म होंदा है। तो कल्ले जो शब्द प्रगट होंदा है, क्योंकि कल्ला जमदा है, पार ब्रह्म है, परमेश्वर भी है। परमेश्वर ना भी पूर्ण लग्या है, फिर पार ब्रह्म ना भी पूर्ण लग्या है। परमेश्वर एक वचन है, सचखंड पूरा होवे नाल पूर्ण लगूगा। हाँ जी, चारां नूं ये नमस्कार है, चार स्टेजां नूं नमस्कार है। पहली स्टेज वही कबीर वाली रोड़ा होरो फाटका, वो चारा रोड़े वहां कोई ठोडा मार दो, अपने आप को नीवा करके, सबको पिछला छड्ड के, बेवकूफ समझ के, बई ये मूर्खंद घोर मन के गुरमत लैन लग गया। सानू ब्लैकमेल करके रखा हूं तक इन्होंने लोगों ने, जिहड़ा ये मन के इधर लैन लगता है, बिल्कुल भांडा साफ कर दिंदा, धो दिंदा है। जो उन्होंने चंगी गल हो पिछे आ जानी है, उन्होंने रखने की लोड़ ही नहीं कोई। जे चंगी हो पिछे आ जानी है साडे, जिन्नी ਜਿਹੜਾ ਉਹਨੇ ਚੰਗਿਆਈਆਂ ਨੇ, ਅਸੀਂ ਮੰਨ ਲੈਂਦੇ ਉਹਨੇ ਚੰਗਿਆਈਆਂ ਦੀ ਨਿੰਦਿਆ ਨਹੀਂ ਹੋ ਰਹੀ, ਬੁਰਾਈਆਂ ਦੱਸੀਆਂ ਜਾ ਰਹੀਆਂ। ਬੁਰਾਈਆਂ ਦੱਸਣ ਦੇ ਵਿੱਚ ਉਹ ਕਹਿੰਦੇ ਨਿੰਦਿਆ ਹੈ, ਕਮੀ ਦੱਸੀ ਜਾ ਰਹੀ। कुछ लोग चंगा भी समझते हैं, कुछ माड़ा भी समझते हैं। श्री गुरुदेव क्यों आने दिनों, कोई जो दूए ने ना जिन्हों का जो मन मनिया नहीं, उन्होंने श्रेष्ठ है। संसार जिन्ने भी चित्त ने लोगों के, पशु पंछी सारे ही टोटल, उन्होंने जो श्रेष्ठ है। श्री है, श्री कोई होर भी हो सकता है। एक स्टेज है, उन्होंने उतली स्टेज है, इतों आगे धर्म वाल नूं जांदा, बाकी सख्त ने सारे। जिन्ना चर नहीं मनता सख्त है, जिन्ना चर सब कुछ होने वाला मनी जाता ना, सख्त वाली पढ़ाई मनता है, सख्त है। जे सख्त से उल्टी कर लेंदा है, उल्टी पढ़ाई नूं मन लेंदा है,
ਗੁਰਮਤਿ ਵਾਲੀ ਜੋ ਆਪਾਂ ਗੱਲ ਕਰਦੇ ਇਹਨੂੰ ਮੰਨ ਲੈਂਦਾ ਹੈ, ਫਿਰ ਉਹ ਜਿਹੜਾ ਉਸ ਵੇਲੇ ਦੀ ਅਵਸਥਾ ਹੈ ਸਿੱਖ ਦੀ, ਉਹਨੂੰ ਵੀ ਨਮਸਕਾਰ ਹੈ। ਮਰਨ ਕਬੂਲ ਦੇਖੋ ਨਾ, ਨਮਸਕਾਰ ਕੀਤੇ ਨਹੀਂ ਦਸਮ ਪਾਤਸ਼ਾਹ ਨੇ, ਤਲਵਾਰ ਰੱਖਤੀ, ਸਿਰ ਦਿਓ, ਉਹਨਾਂ ਨੇ ਸਿਰ ਦੇ ਦਿੱਤੇ। ਸਿਰ ਲਏ ਨਾ ਲਏ ਉਹ ਅਲੱਗ ਗੱਲ ਹੈ, ਦੇ ਤਾਂ ਦਿੱਤੇ ਅਗਲੇ ਨੇ, ਉਹਨਾਂ ਦਾ ਮਾਣ ਰੱਖਿਆ ਨਹੀਂ, ਉਹਨਾਂ ਦੀ ਆਗਿਆ ਜਪ ਚੱਲੇ ਨਹੀਂ, ਨਮਸਕਾਰ ਹੀ ਕੀਤੀ ਉਹਨਾਂ ਦੇ ਪੌੜ ਲਈ ਨਹੀਂ। ਸਹੀ ਹੈ, ਪੌੜ ਚਾਹੇ ਆਪਣੇ ਬਰਾਬਰ ਦੇ ਨਹੀਂ ਸੀ, ਉਹਨਾਂ ਦੇ ਕੰਜੇ ਰੁੜ ਕੀਤੀ। ਕਿਉਂ? ਉਹ ਤਾਂ ਪਾਸ ਕਰ ਚੁੱਕੇ ਨੇ ਇਮਤਿਹਾਨ। ਇਹਨਾਂ ਵਿੱਚ ਇੱਛਾ ਹੋਈ ਹੈ ਸਿਰਫ ਗੁਰਮਤਿ ਲੈਣ ਦੀ, ਬਰਾਬਰ ਨਹੀਂ ਹੈ ਉਹ ਤਾਂ ਇਰਾਦੇ ਤੁਰੇ ਨੇ, ਰਾਜ ਨੇ ਜੋ ਉਹ ਪੜਿਆ ਹੈ ਸਿਰੇ। ਪਰ ਜਿੱਥੇ ਪੰਜ ਹੋ ਗਏ, ਪੰਜਾਂ ਨੂੰ ਕਿਹਾ ਪੰਜ ਮੇਰੇ ਨੂੰ ਵੱਡੇ ਹੋ, ਥੋੜੇ ਜਿਹਾ ਇੱਕ ਵੀ ਉੱਪੜ ਗਿਆ ਮੇਰੇ ਵਾਲੀ ਅਵਸਥਾ ਤੇ, ਉਹ ਤਾਂ ਮੇਰੇ ਬਰਾਬਰ ਕਰ ਗਿਆ। ਜਿਹੜੇ ਦੂਏ ਨੇ ਵਾਧੂਏ ਨੇ, ਇੱਕ ਵੀ ਉੱਪੜ ਗਿਆ ਜੀਵਨ ਮੁਕਤ ਨੂੰ, ਉੱਥੇ ਤਾਂ ਕਹਾਂ ਬਰਾਬਰ ਨੇ। ਸੱਚ ਕਹਣ ਤਾਂ ਦੋਨੋਂ ਹੁੰਦਾ ਹੀ ਨਹੀਂ। ਬਸ ਪੰਜਾਂ ਨੂੰ ਉਹਨੇ, ਪੰਜਾਂ ਤੋਂ ਹੁਣ ਅੱਧਾ ਤੱਕ ਪੰਜੇ ਆਏ ਹੋਏ ਨੇ, ਸੰਤੋਖ ਤੱਕ ਤਾਂ ਆ ਗਏ ਨਾ, ਐਵੇਂ ਸਿਰ ਤੋਂ ਦੇ ਨਹੀਂ ਹੁੰਦਾ। ਤੇ ਅੱਧੇ ਵੀ ਤਾਂ ਵੀ ਢਾਈ ਬਣਦੇ ਨੇ, ਅੱਧਾ ਦੇ ਮੈਂ ਇੱਕਾਂ ਹੀ ਢਾਈ ਨੇ, ਹਾਂ ਮੈਂ ਤਾਂ ਫੇਰ ਵੀ ਭਰ ਹੁਣ। ਹਾਂਜੀ, ਸੁਖਮਨੀ ਦਾ ਵੀ ਆਪਾਂ ਅਰਥ ਕਰ ਲਿਆ ਵੀ ਇਹ ਬਾਣੀ ਦਾ ਨਾਮ ਸੁਖਮਣੀ ਨਹੀਂ, ਸੁਖਮਨੀ ਹੈ। ਬਾਕੀ ਆਦਿ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰ ਨਵੇਂ, ਸ੍ਰੀ ਗੁਰਦੇਵ ਨਵੇਂ, ਇਹਦਾ ਵੀ ਕਰ ਲਿਆ। ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਕਲ ਕਲੇਸ਼ ਦਾ ਮਤਲਬ ਹੈ ਮੇਰਾ ਜਿਹੜਾ ਕਲਪਨਾ ਹੈ, ਮੇਰੀ ਤ੍ਰਿਸ਼ਨਾ, ਇਹ ਬਿਲਕੁਲ ਖਤਮ ਕਰ ਦੇ, ਬੁਝਾ ਦੇ ਇਹਨੂੰ। ਇਹ ਤਿੰਨ ਗੱਲਾਂ ਨੇ। ਜੇ ਕਹਿੰਦੇ ਮੈਂ ਇਹ ਬਾਣੀ, ਇਹਦੇ ਨਾਲ ਤਿੰਨੇ ਗੱਲਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਕਸੂਰ ਸਾਡਾ, ਕਸੂਰ ਬਾਣੀ ਦਾ ਨਹੀਂ। ਜਾਂ ਤਾਂ ਅਸੀਂ ਸਮਝਿਆ ਨਹੀਂ, ਜਾਂ ਸਮਝਿਆ ਤਾਂ ਕਮਾਇਆ ਨਹੀਂ। ਨਾ ਕਮਾਉਣ ਦੀ ਜ਼ਿੰਮੇਵਾਰੀ ਸਾਡੀ ਹੈ। ਜਿਹਨਾਂ ਨੇ ਕਮਾਇਆ ਉਹਨਾਂ ਨੇ ਸਾਬਤ ਕਰਤਾ ਵੀ ਸਹੀ ਹੈ ਸਭ ਕੁਛ। ਜਿਹਨਾਂ ਨੂੰ ਰਾਮ ਆਇਆ ਬਿਮਾਰੀ ਤੇ, ਉਹ ਦੱਸਦੇ ਨੇ ਵੀ ਦਵਾਈ ਆਰਾਮ ਕਰਦੀ ਹੈ। ਜਿਹਨਾਂ ਨੇ ਖਾਣੀ, ਉਹਨਾਂ ਨੂੰ ਪਰਹੇਜ਼ ਰੱਖਣਾ, ਉਹਨੂੰ ਬੋਲਣ ਦਾ ਲੋੜ ਹੀ ਨਹੀਂ। ਨਾਲੇ ਉਹਦੇ ਬੋਲਣ ਨੂੰ ਸੁਣਦਾ ਕੌਣ ਹੈ? ਜਿਹੜਿਆਂ ਨੇ ਕਦੇ ਨਾ ਦਵਾਈ ਨੂੰ ਮੰਨਿਆ, ਨਾ ਇਹਦਾ ਕੁਛ ਤਜਰਬਾ ਕੀਤਾ, ਨਾਲੇ ਉਹ ਜਿਹੜੇ ਗੱਲਾਂ ਕਰਦੇ ਨੇ ਵਿਦਵਾਨ, ਕੌਣ ਸੁਣੂ ਉਹਨਾਂ ਦੀ ਗੱਲ ਨੂੰ? ਕੀ ਲੋੜ ਹੈ ਉਹਨਾਂ ਦੀ ਗੱਲ ਨੂੰ ਸੁਣ? ਉਹਨਾਂ ਨੂੰ ਕੀ ਪਤਾ ਗੁਰਬਾਣੀ ਕੀ ਹੈ? ਉਹਨਾਂ ਦਾ ਵਿਸ਼ਾ ਗੁਰਬਾਣੀ, ਧਰਮ ਹੀ ਨਹੀਂ ਵਿਸ਼ਾ ਉਹਨਾਂ ਲੋਕਾਂ ਦਾ। ਵਿਸ਼ਾ ਨਹੀਂ ਧਰਮ, ਧਰਮ ਉਹਨਾਂ ਦੀ ਸਟੱਡੀ ਹੈ, ਨੌਲੇਜ ਹੈ। ਉਹ ਨੌਲੇਜ ਵਾਸਤੇ ਹੈ ਧਰਮ। ਉਹ ਤਾਂ ਸਰਵਿਸ ਕਰਨੀ ਹੈ, ਨੌਕਰੀ ਕਰਨੀ ਹੈ, PhD ਕਰਕੇ ਕਿਤੇ ਪ੍ਰੋਫੈਸਰ ਲੱਗਣਾ, ਕਿਤੇ ਕੁਛ ਲੱਗਣਾ। ਉਹਨਾਂ ਦਾ ਧਰਮ ਨਾਲ ਕੀ ਸੰਬੰਧ? ਇਹਨਾਂ ਚੀਜ਼ਾਂ ਉਹਦੇ ਪੰਡਤ, ਵਿਦਵਾਨ ਪੰਡਤ ਨੂੰ ਕਹਿੰਦੇ ਨੇ, ਪਰ ਪੰਡਤ ਵੀ ਨਹੀਂ ਉਹ। ਗੁਰੂ ਸਾਹਿਬ ਨੇ ਪੰਡਤ ਵੀ ਇੱਕ ਸ੍ਰੇਸ਼ਟ ਅਰਥ ਨੇ ਪੰਡਤ ਦੇ। ਸੋ ਪੰਡਤ ਜੋ ਮਨ ਪ੍ਰਬੋਧਾ ਹੈ, ਪੰਡਤ ਉਹ ਹੈ। ਰਾਮ ਨਾਮ ਆਤਮ में ਸੋਧਾ ਹੈ। ਰਾਮ ਨਾਮ ਹੋਈ ਨਾ, ਉਹਨੇ ਸੋਚ ਕੇ ਦੇਖ ਰਾਮ ਨਾਮ ਹੁੰਦਾ ਕੀ ਹੈ, ਰਾਮ ਦਾ ਨਾਮ ਕੀ ਹੈ, ਰਾਮ ਦਾ ਜਸ, ਰਾਮ ਦਾ ਜਸ ਕਰ। ਰਾਮ ਬਾਰੇ ਜਾਣਦਾ ਹੋਗਾ ਤਾਂ ਜਸ ਕਰੇਗਾ, ਜੇ ਜਾਣਦਾ ਨਹੀਂ ਜਸ ਕੀ ਕਰੇਗਾ? ਰਾਮ ਦਾ ਆਤੋ ਅੰਤ ਤੱਕ ਦਾ ਤੈਨੂੰ ਗਿਆਨ ਹੋਊਗਾ ਉਹਦੇ ਜੀਵਨ ਦਾ, ਤਾਂ ਉਹਦਾ ਜਸ ਕਰੇਗਾ, ਤਾਂ ਬੁਰਾਈ ਕਰੇਗਾ। ਉਹਨੇ ਆ ਗਲਤੀ ਕੀਤੀ ਹੈ, ਠੀਕ ਕੀਤਾ, ਨਹੀਂ ਕਿਵੇਂ ਕਰਦੇ ਨੇ? ਰਾਮ ਦੀ ਪੂਰੀ ਨੌਲੇਜ ਲੈਣੀ ਪਊਗੀ ਜਸ ਕਰਨ ਵਾਸਤੇ। ਆਤਮ ਮੈਂ ਸੋਧੋ, ਆਪਣੇ ਅੰਦਰ ਸੋਧਦਾ, ਉਹ ਪੰਡਤ ਸੀ। ਚੌ ਮਰਨਾ ਕੋ ਦੇ ਉਪਦੇਸ਼, ਚਾਰ ਮਰਨਾ ਨੂੰ ਉਪਦੇਸ਼ ਦਿੰਦਾ। ਉਹ ਕਹਿੰਦਾ ਵੀ ਪੰਡਤ ਬਿਨਾਂ ਇਹਨਾਂ ਨੂੰ ਸ਼ੂਦਰਾਂ ਨੂੰ ਰਾਈਟ ਹੈ ਨਹੀਂ। ਚਾਰਾਂ ਮਰਨਾ ਤਿਸ ਪੰਡਤ ਕੋ ਸਦਾ ਦੇ। ਪੰਡਤ ਨੂੰ ਅਸੀਂ ਬੁਰਾ ਨਹੀਂ ਕਹਿੰਦੇ। ਪੰਡਤ ਕਹਾਗੇ ਬੁਰੇ ਕੰਮ ਕਰਨ ਵਾਲਾ ਬੁਰਾ, ਸੰਤ ਕਹਾਗੇ ਬੁਰੇ ਕੰਮ ਕਰਨ ਵਾਲਾ ਬੁਰਾ। ਸੰਤ ਕਹਾਉਂਦੇ ਕਿਉਂ ਨੇ?
संत वाला काम नहीं करता, मुलजिम ने फ्रॉड है, धर्म नाल फ्रॉड है, फ्रॉड ही ना सब जे धर्म का राज हो सब तक ये चलना चाहिए। सब दे डेरे जब्त जिन्हें इन्होंने कुकर्म किए ने वो सारे बाहर आ जाएंगे। ये कलयुग सी, ऐसा कलयुग आवेगा। आ गल कह रहा सी रामचंद्र, वो संत कह रहे थे रामचंद्र कानू कह रहा सी। रामचंद्र का उन्होंने एवं नौ लैके गल करती भी रामचंद्र ने गल कही सी। ये तो सारे राम भगत ने ਜਿਹੜੇ बिगड़े हुए ने। आ साडे वाले राम ने कही है गल, कह गए सी ऐसे ऐसा कलयुग आवेगा, संत चुगेगा दाना दूंगा, कौआ रोटी खावेगा। और रोटी खाने वाले हंस ने तो रोटी खा रहे ने, दाना दुनका चुगते जे हंस जी उल्टे फस गए। प्रचार भी करते हैं भी दाना दुनका चुगते हो, दुनिया तो बनती नहीं, दीन दाना दुनका चुगते, आपे ही फस गए, अपने जाल च आपे ही फस। इन्नी बुद्धि कितने सी, जो पता हो भी मैं फस जाना कानून च। अपराध कितने लोग कर लवे बैठ के, कितना भी कहने लोग अपराध कर लो, प्रगट हो जाता है। ये प्रगट इन्हों की प्रगट होए निदान, पूर्ण खुटे नानका। जे मनते होंगे गल भी सच है तो रास्ते नहीं पैंते कूड़ते। बाहर निकलना औखा होया,